ਸਤਨਾਮ ਸ਼੍ਰੀ ਵਾਹਿਗੁਰੂ ਜੀ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੂ, ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ। ਹਉ ਬਲਿਹਾਰੈ ਜਾ ਸਾਚੇ ਤੇਰੇ ਨਾਮ ਵਿਟਹੁ, ਕਰਨ ਕਾਰਨ ਸਭਨਾ ਕਾ ਏਕੋ ਅਵਰ ਨ ਦੂਜਾ ਕੋਈ। ਬਹੁਤੇ ਫੇਰ ਪਏ ਕਿਰਪਨ ਕਉ, ਅਬ ਕਿਛ ਕਿਰਪਾ ਕੀਜੈ। ਹੋ ਦਇਆਲ ਦਰਸ਼ਨ ਦੇਹੁ ਆਪਣਾ, ਐਸੀ ਬਖਸ਼ ਕਰੀਜੈ। ਭਨਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ। ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਰਾਗ ਗੌੜੀ ਗਵਾਰੇਰੀ ਮਹੱਲਾ ਤੀਜਾ। ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਨ ਕਾ ਸੂਤਕ ਦੂਜਾ ਭਾਉ, ਭਰਮੇ ਭੂਲੇ ਆਵਉ ਜਾਉ। ਮਨ ਕਾ ਸੂਤਕ ਦੂਜਾ ਭਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਜੋਤ ਸਰੂਪ ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਕਿਰਪਾਲਤਾ ਦਾ ਸਦਕਾ ਜੋ ਹਜ਼ੂਰ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਧੁਰ ਕੀ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਹੋਈ ਹੈ। ਸਤਿਗੁਰਾਂ ਦੀ ਕਿਰਪਾ ਨਾਲ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 229 ਤੇ ਪਹੁੰਚੀ ਹੈ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ 18 ਅਸ਼ਟਪਦੀਆਂ ਹੁਣ ਤੱਕ ਸੰਪੂਰਨ ਹੋ ਚੁੱਕੀਆਂ ਹਨ। ਇਸ ਤੋਂ ਅੱਗੇ ਜੋ ਹਜ਼ੂਰ ਦੇ ਮੁੱਖ ਵਾਕ ਬਚਨ ਆ ਰਹੇ ਹਨ, ਸਤਿਗੁਰਾਂ ਦੀ ਕਿਰਪਾ ਨਾਲ ਸੁਣੀਏ ਅਤੇ ਵਿਚਾਰੀਏ। ਰਾਗ ਗੌੜੀ ਗਵਾਰੇਰੀ। ਗੌੜੀ ਰਾਗਣੀ ਅੰਦਰ ਗਵਾਰੇਰੀ ਜੋ ਵੰਨਗੀ ਜਾਤੀ ਕਿਸਮ ਹੈ ਇਸ ਗੌੜੀ ਰਾਗ ਦੀ। ਇਹਦੇ ਅੰਦਰ ਮਹੱਲਾ ਤੀਜਾ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਤੀਸਰੇ ਸਰੂਪ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਫਰਮਾ ਰਹੇ ਨੇ। ਅਸ਼ਟਪਦੀਆਂ 8-8 ਪਦ ਘੱਟ ਤੋਂ ਘੱਟ ਜਿਨ੍ਹਾਂ ਸ਼ਬਦਾਂ ਦੇ ਹੋਣ। ਲੰਬੇਰੇ ਆਕਾਰ ਦੇ ਸ਼ਬਦ, ਵੱਡੇ ਆਕਾਰ ਦੇ ਸ਼ਬਦ, ਉਹਨਾਂ ਨੂੰ ਅਸ਼ਟਪਦੀਆਂ ਕਿਹਾ ਜਾਂਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਬੀਜ ਰੂਪ ਮੰਗਲ ਉਚਾਰਦੇ ਹਨ ਸਤਿਗੁਰੂ ਅਮਰਦਾਸ ਮਹਾਰਾਜ। ਇੱਕ ਅਦਵੈਤ ਸਰੂਪ ਪਰਮਾਤਮਾ ਹੈ। ਓੰਕਾਰ ਸਭਨਾਂ ਦਾ ਪ੍ਰਕਾਸ਼ਕ ਹੈ। ਸਤ ਚੇਤਨ ਆਨੰਦ ਸਰੂਪ ਸਤਿਗੁਰੂ ਜੀ ਦੀ ਕਿਰਪਾ ਪ੍ਰਸਾਦ ਦੁਆਰਾ ਮਿਲਦਾ ਹੈ। ਇਹ ਜੋ ਅੱਗੇ ਅਸ਼ਟਪਦੀ ਆ ਰਹੀ ਹੈ, ਇਸ ਦੀ ਉਥਾਨਕਾ ਵਿੱਚ ਇਹ ਬਚਨ ਲਿਖੇ ਹੋਏ ਨੇ ਕਿ ਜੋ ਸੁਲਤਾਨਪੁਰ ਲੋਧੀ ਦੇ ਨਜ਼ਦੀਕ ਡੱਲਾ ਨਗਰ ਹੈ, ਉੱਥੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਸਿੱਖ ਦੇ ਗ੍ਰਹਿ ਵਿਖੇ ਚਰਨ ਪਾਏ ਸਨ। ਤਾਂ ਜਿਸ ਵੇਲੇ ਪੰਗਤਾਂ ਲੱਗ ਚੁੱਕੀਆਂ, ਪ੍ਰਸ਼ਾਦ ਤਿਆਰ ਹੋਇਆ ਸੀ, ਭੋਜਨ ਵਰਤਣ ਲੱਗਾ, ਤਾਂ ਉਦੋਂ ਜਿਹੜੇ ਸਿੱਖ ਦੇ ਘਰ ਹਜ਼ੂਰ ਆਪਣੇ ਚਰਨ ਪਾਏ ਸਨ, ਉਸ ਸਿੱਖ ਦੇ ਤਾਈਂ ਕਿਸੇ ਸੇਵਕ ਨੇ, ਨੌਕਰ ਨੇ ਖਬਰ ਦਿੱਤੀ ਕਿ ਤੁਹਾਡੇ ਘਰ ਪੁੱਤਰ ਹੋਇਆ ਹੈ, ਜਨਮ ਹੋਇਆ ਸੀ ਉਸ ਵੇਲੇ ਹੀ। ਤਾਂ ਕੁਝ ਜਿਹੜੇ ਬ੍ਰਾਹਮਣ ਜਾਤੀ ਦੇ ਲੋਕ ਵੀ ਉੱਥੇ ਆਏ ਹੋਏ ਸੀ, ਉਹ ਭੋਜਨ ਨਹੀਂ ਛਕਿਆ, ਉਹਨਾਂ ਉੱਠ ਕੇ ਚਲੇ ਗਏ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿੱਖਾਂ ਨੇ, ਭਾਵ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਆਈ ਸੰਗਤ ਨੇ ਭੋਜਨ ਪਾਣੀ ਛਕਿਆ ਸੀ, ਅਤੇ ਉਹ ਜਿਹੜੇ ਬ੍ਰਾਹਮਣ ਸੀ ਉਹ ਭੁੱਖੇ ਰਹੇ ਸਨ। ਅਤੇ ਉਹ ਕਹਿੰਦੇ ਵੀ ਸੂਤਕ ਹੋ ਗਿਆ ਹੈ। ਸੂਤਕ ਜਨਮ ਨਾਲ ਸੰਬੰਧ ਰੱਖਦਾ ਵੀ ਜਦੋਂ ਕਿਸੇ ਦੇ ਗ੍ਰਹਿ ਵਿਖੇ ਸੂਤਕ ਹੁੰਦਾ, ਜਨਮ ਹੁੰਦਾ ਕਿਸੇ ਬੱਚੇ ਦਾ। ਅਤੇ ਬ੍ਰਾਹਮਣਾਂ ਦੀ ਜਿਹੜੀ ਰੀਤੀ ਹੈ, ਮਨੂ ਸਿਮਰਤੀ ਦੇ ਵਿੱਚ ਜੋ ਕੁਝ ਲਿਖਿਆ ਹੋਇਆ ਉਹਦੇ ਅਨੁਸਾਰ ਜਿਹੜੇ ਸ਼ੂਦਰ ਲੋਕ ਹੈ ਉਹਨਾਂ ਦੇ ਘਰ ਵਿੱਚ 40 ਦਿਨ ਤੱਕ ਸੂਤਕ ਮੰਨਿਆ ਜਾਂਦਾ। ਸੂਤਕ ਦਾ ਅਰਥ ਹੈ ਅਪਵਿੱਤਰਤਾ।
ਅਤੇ ਇਸੇ ਤਰ੍ਹਾਂ ਜਿਹੜੇ ਵੈਸ਼ ਲੋਕ ਹਨ, ਕਿਉਂਕਿ ਸਮਾਜ ਨੂੰ 4 ਹਿੱਸਿਆਂ 'ਚ ਵੰਡਿਆ ਗਿਆ ਸੀ। ਜਿਹੜੇ ਵੈਸ਼ ਲੋਕ ਹਨ ਉਹਨਾਂ ਦੇ ਘਰ ਵਿੱਚ 17 ਦਿਨ ਸੂਤਕ ਮੰਨਿਆ ਗਿਆ, ਭਈ ਇਹ ਪਵਿੱਤਰਤਾ ਹੋਈ ਹੈ। ਅਤੇ ਇਸੇ ਤਰ੍ਹਾਂ ਜਿਹੜੇ ਹਨ ਖੱਤਰੀ ਲੋਕ, ਉਹਨਾਂ ਦੇ ਗ੍ਰਹਿ ਵਿਖੇ 12 ਦਿਨ ਸੂਤਕ ਮੰਨਿਆ ਗਿਆ। ਅਤੇ ਬ੍ਰਾਹਮਣਾਂ ਦੇ ਘਰ ਵਿੱਚ 10 ਦਿਨ ਜਾਂ 11 ਦਿਨ, ਥੋੜ੍ਹਾ ਥੋੜ੍ਹਾ ਫਰਕ ਨਾਲ ਵੀ ਵਿਦਵਾਨਾਂ ਲਿਖਿਆ। ਕਿਸੇ ਨੇ 30 ਦਿਨ ਸ਼ੂਦਰਾਂ ਦੇ ਘਰ ਅਤੇ 15 ਦਿਨ ਵੈਸ਼ਾਂ ਦੇ ਘਰ, 12 ਦਿਨ ਖੱਤਰੀਆਂ ਦੇ ਘਰ ਅਤੇ 10 ਦਿਨ ਬ੍ਰਾਹਮਣਾਂ ਦੇ ਘਰ ਸੂਤਕ ਮੰਨਿਆ। ਇਹਨੂੰ ਥੋੜ੍ਹਾ ਜਿਹਾ ਅੰਤਰ ਨਾਲ ਵੀ ਲਿਖਿਆ ਹੈ। ਪਰ ਸਤਿਗੁਰੂ ਮਹਾਰਾਜ ਨੇ ਇਸ ਦਾ ਖੰਡਨ ਕੀਤਾ। ਜਿਵੇਂ ਆਸਾ ਦੀ ਵਾਰ 'ਚ ਬਚਨ ਹਨ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ, ਬਈ ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ। ਬਈ ਜੇ ਅਪਵਿੱਤਰਤਾ ਮੰਨੀਏ ਕਿਸੇ ਬੱਚੇ ਜੀਵ ਦੇ ਜਨਮ ਲੈਣ 'ਤੇ ਤਾਂ ਸਭਨਾਂ ਤੋਂ ਸੂਤਕ ਹੁੰਦਾ। ਫਿਰ ਅਨੇਕਾਂ ਜੀਵ ਰੋਜ਼ ਜੰਮਦੇ, ਅਨੇਕਾਂ ਮਰਦੇ, ਕਈਆਂ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਜੰਮਦੇ ਕਦੋਂ ਮਰਦੇ। ਗੋਹੇ ਅਤੇ ਲੱਕੜੀ, ਕਿਉਂਕਿ ਚੌਂਕੇ 'ਚ ਤਾਂ ਗੋਹਾ ਫੇਰਿਆ ਜਾਂਦਾ ਅਤੇ ਲੱਕੜੀਆਂ ਬਾਲੀਆਂ ਜਾਂਦੀਆਂ ਅੱਗ ਮਚਾਉਣ ਵਾਸਤੇ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਵੇ, ਕੋਈ ਨਾ ਕੋਈ ਕੀੜਾ ਹੋਵੇਗਾ, ਉਹ ਮਰ ਜਾਏ, ਸੜ ਜਾਏਗਾ ਅੱਗ 'ਚ, ਉਹ ਮਰ ਗਿਆ ਅਤੇ ਫਿਰ ਵੀ ਸੂਤਕ ਹੋਇਆ। ਸੂਤਕ ਅਤੇ ਪਾਤਕ, ਮਰ ਜਾਣ ਦਾ ਨਾਮ, ਜਿਹੜੀ ਪਵਿੱਤਰਤਾ ਮਰ ਜਾਣ ਤੋਂ ਉਹਨੂੰ ਪਾਤਕ ਕਹਿੰਦੇ ਆ। ਇਸ ਪ੍ਰਕਾਰ ਪਾਤਕ ਦਾ ਅਰਥ ਜਿਸ ਦੁਆਰਾ ਡਿੱਗ ਪਈਏ, ਉਹ ਕਰਮ ਜਿਹੜਾ ਡੇਗਣ ਵਾਲਾ ਹੈ। ਇਸ ਤਰ੍ਹਾਂ ਮਰ ਜਾਣ 'ਤੇ ਵੀ ਪਾਤਕ ਮੰਨਦੇ ਨੇ, ਅਤੇ 10 ਪਾਪ ਜਿਹੜੇ ਹਨ ਉਹਨਾਂ ਨੂੰ ਵੀ ਪਾਤਕ ਮੰਨਿਆ ਜਾਂਦਾ ਵੀ ਇਹ ਮਨੁੱਖ ਨੂੰ ਅੰਦਰਲੀ ਅਵਸਥਾ ਨੂੰ ਬਹੁਤ ਨੀਵਾਂ ਡੇਗ ਦਿੰਦੇ ਨੇ। ਕੁਝ ਮਾਨਸਿਕ ਪਾਪ ਹਨ, ਕੁਝ ਕਾਇਕ ਪਾਪ ਹਨ, ਕੁਝ ਬਚਨਾਂ ਦੇ ਪਾਪ ਨੇ। ਰਹੋ ਵਿਚਾਰ ਲੰਬੀ ਚੌੜੀ ਵਿਚਾਰ ਹੈ। ਇਉਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ। ਜਿਹੜੇ ਤੁਸੀਂ ਅੰਨ ਦੇ ਦਾਣੇ ਪਕਾ ਕੇ, ਪੀਸ ਕੇ, ਪਕਾ ਕੇ ਖਾਂਦੇ ਹੋ, ਜੀਆ ਬਾਝ ਨਾ ਕੋਏ। ਪਹਿਲਾ ਪਾਣੀ ਜੀਓ ਹੈ। ਪਾਣੀ ਵੀ ਤਾਂ ਜੀਵ ਹੀ ਇੱਕ ਹਿਸਾਬ ਦਾ, ਕਿਉਂਕਿ ਇਹਦੇ ਆਸਰੇ ਸਾਰੇ ਜੀਵ ਜੰਤ ਹਰੇ ਭਰੇ ਨੇ, ਫਸਲਾਂ ਹਰੀਆਂ ਭਰੀਆਂ, ਬਿਰਛ ਬੂਟੇ ਹਰੇ ਭਰੇ ਨੇ, ਔਰ ਇਸ ਤਰ੍ਹਾਂ ਸਾਡੀ ਜਿੰਦ ਵੀ ਕਾਇਮ ਰਹਿੰਦੀ ਹੈ। ਜੇ ਪਾਣੀ ਨਾ ਮਿਲੇ ਤਾਂ ਸਾਡੀ ਜੀਵਨ ਲੀਲਾ ਸਮਾਪਤ ਹੋ ਜਾਏਗੀ। ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਔਰ ਇਸ ਪ੍ਰਕਾਰ ਸੂਤਕ ਕਿਉਂ ਕਰ ਰੱਖੀ ਹੈ, ਸੂਤਕ ਪਵੈ ਰਸੋਏ। ਸੂਤਕ ਜਿਹੜਾ ਵਹਿਮ ਭਰਮ ਹੈ, ਸੂਤਕ ਦਾ ਕਿਸ ਤਰ੍ਹਾਂ ਰੱਖੀਏ। ਔਰ ਸੂਤਕ ਤਾਂ ਰਸੋਈ 'ਚ ਪੈਂਦਾ ਹੈ। ਭਾਵ ਅਨੇਕਾਂ ਜੀਵ ਜੰਮਦੇ ਨੇ, ਦਾਣੇ ਰਸੋਈ 'ਚ ਪਕਾਏ ਜਾਂਦੇ ਨੇ, ਅਨਾਜ ਰਸੋਈ 'ਚ ਪਕਾਇਆ ਜਾਂਦਾ। ਨਾਨਕ ਸੂਤਕ ਏਵ ਨਾ ਉਤਰੈ, ਗਿਆਨ ਉਤਾਰੇ ਤੋਂ। ਇਹ ਜਿਹੜਾ ਸੂਤਕ ਦਾ ਵਹਿਮ ਭਰਮ ਹੈ ਨਾ, ਸੂਤਕ ਅਪਵਿੱਤਰਤਾ, ਇਹ ਇੰਜ ਨਹੀਂ ਉਤਰਦੀ, ਦੂਰ ਹੁੰਦੀ। ਗਿਆਨ ਹੀ ਇਸ ਨੂੰ ਧੋ ਕੇ, ਜਿਹੜਾ ਪਰਮੇਸ਼ਰ ਦਾ ਗਿਆਨ, ਰੱਬੀ ਗਿਆਨ, ਉਹੀ ਸਾਨੂੰ ਵਹਿਮ ਭਰਮ 'ਚੋਂ ਕੱਢ ਸਕਦਾ। ਇਹਦਾ ਐਵੇਂ ਵਹਿਮ ਭਰਮ ਹੀ ਪਾਇਆ ਹੋਇਆ ਤੁਸੀਂ ਬ੍ਰਾਹਮਣਾਂ ਨੇ। ਸੋ ਇਸ ਪ੍ਰਕਾਰ ਮਨ ਕਾ ਸੂਤਕ ਲੋਭ ਹੈ। ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਦੱਸਦੇ ਹਾਂ ਅਸਲੀ ਪਵਿੱਤਰਤਾ ਕੀ ਹੈ। ਮਨ ਦਾ ਸੂਤਕ, ਜਿਹੜਾ ਮਨ ਦੀ ਪਵਿੱਤਰਤਾ, ਉਹ ਲੋਭ ਹੈ, ਜਿਹੜਾ ਮਨ ਦੇ ਅੰਦਰ ਲੋਭ ਹੈ। ਮਨ ਕਾ ਸੂਤਕ ਲੋਭ ਹੈ। ਜਿਹਵਾ ਸੂਤਕ ਕੂੜ, ਜੀਭ ਤੋਂ ਜਿਹੜਾ ਝੂਠ ਬੋਲਣਾ, ਇਹ ਵੀ ਸੂਤਕ ਹੋ ਗਿਆ। ਅੱਖੀਂ ਸੂਤਕ ਵੇਖਣਾ, ਪਰ ਤ੍ਰਿਆ ਪਰ ਧਨ ਰੂਪ। ਪਰਾਏ ਧਨ ਵੱਲ ਤੱਕਣਾ, ਪਰਾਈ ਇਸਤਰੀ ਦਾ ਰੂਪ ਤੱਕਣਾ। ਅੱਖਾਂ ਦੇ ਨਾਲ ਵੀ ਸੂਤਕ, ਅੱਖਾਂ ਨੂੰ ਸੂਤਕ ਹੋ ਗਿਆ, ਅੱਖਾਂ ਅਪਵਿੱਤਰ ਹੋ ਗਈਆਂ। ਕੰਨੀ ਸੂਤਕ ਕੰਨ ਪੈ, ਲਾਏ ਤਬਾਰੀ ਖਾਹੇ। ਕੰਨਾਂ ਦੇ ਵਿੱਚ ਵੀ ਸੂਤਕ ਪੈ ਗਿਆ, ਜਿਹੜਾ ਚੁਗਲੀ ਖਾਂਦਾ ਬੰਦਾ, ਚੁਗਲੀ ਕਰਦਾ, ਚੁਗਲੀਆਂ ਕਰਨੀਆਂ, ਕੰਨਾਂ 'ਚ ਸੁਣਨੀਆਂ ਜਿਹੜੀਆਂ ਚੁਗਲੀਆਂ, ਇਹ ਵੀ ਸੂਤਕ ਹੋ ਗਿਆ। ਸੋ ਇਸ ਪ੍ਰਕਾਰ ਹਜ਼ੂਰ ਨੇ ਖੰਡਨ ਕੀਤਾ। ਕੰਨੀ ਸੁਗਤ ਕੰਨ ਪੈ, ਲਾਏ ਤਬਾਰੀ ਖਾਹੇ। ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਹੇ। ਜੀਵ ਹੰਸ ਵਰਗਾ ਭਾਵੇਂ ਬਾਹਰੋਂ ਚਿੱਟ ਕੱਪੜੀਆ ਹੋਵੇ, ਪਰ ਜੇ ਕਰਮ ਬੁਰੇ ਕਰਦਾ ਹੈ ਤਾਂ ਫਿਰ ਬੱਧਾ ਹੋਇਆ ਜਮਾਂ ਦੀ ਪੂਰੀ ਨੂੰ ਜਾਏਗਾ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਵਹਿਮਾਂ ਭਰਮਾਂ 'ਚੋਂ ਕੱਢਿਆ ਹੈ, ਜਿਹੜਾ ਬ੍ਰਾਹਮਣਾਂ ਨੇ ਵਹਿਮ ਭਰਮ ਫੈਲਾਏ ਹੋਏ ਸੀ। ਇਸ ਤਰ੍ਹਾਂ ਹਜ਼ੂਰ ਬਚਨ ਕਰਦੇ ਨੇ ਉੱਥੇ ਕਿ ਮਨ ਕਾ ਸੂਤਕ ਦੂਜਾ ਭਾਵੋ। ਮਨ ਦਾ ਸੂਤਕ, ਮਨ ਨੂੰ ਅਪਵਿੱਤਰ ਕਰਨ ਵਾਲਾ ਕਰਮ ਕਿਹਾ ਹੈ। ਜਿਸ ਕਰਮ ਕਰਕੇ ਮਨ ਨੂੰ ਸੂਤਕ ਹੋ ਜਾਏ, ਮਨ ਅਪਵਿੱਤਰ ਹੋ ਜਾਏ, ਉਹ ਕਿਹਾ ਹੈ ਦੂਜਾ ਭਾਵ।
ਪਰਮੇਸ਼ਰ ਅਕਾਲ ਪੁਰਖ ਦੀ ਪ੍ਰੀਤ ਨੂੰ ਛੱਡ ਕੇ ਹੋਰਸਾਂ ਨਾਲ ਪ੍ਰੀਤ ਲਾਉਣੀ, ਇਹ ਦੂਜਾ ਭਾਵ ਹੈ। ਵਾਹਿਗੁਰੂ ਨੂੰ ਛੱਡ ਕੇ ਉਹਦੀ ਰਚੀ ਹੋਈ ਜਿਹੜੀ ਮਾਇਆ ਹੈ, ਸੰਸਾਰ ਹੈ, ਇਹਦੇ 'ਚ ਜਿਹੜਾ ਭਾਵਨਾ ਰੱਖਣੀ, ਲਗਾਓ ਰੱਖਣਾ, ਦੂਜਾ ਭਾਵ ਇਸ ਨੂੰ ਕਹਿੰਦੇ ਨੇ। ਇਹ ਹੈ ਮਨ ਦਾ ਸੂਤਕ। ਭਰਮੇ ਭੁੱਲੇ ਆਵਾਓ ਜਾਓ। ਭਰਮ ਵਿੱਚ ਭੁੱਲੇ ਹੋਏ ਜਿਹੜੇ ਮਨੁੱਖ ਹਨ, ਜੀਵ ਹਨ, ਆਉਣ ਜਾਣ ਦੇ ਚੱਕਰ ਵਿੱਚ ਪਏ ਹੋਏ ਨੇ, ਆਉਂਦੇ ਹਨ ਜਾਂਦੇ ਹਨ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੇ। ਭਰਮ ਕਰਕੇ ਭੁੱਲੇ ਹੋਏ ਕੁਰਾਏ ਪਏ ਹੋਏ ਨੇ, ਭਟਕਣਾ ਕਰਕੇ ਕੁਰਾਏ ਪੈ ਕੇ ਵਾਹਿਗੁਰੂ ਵੱਲੋਂ ਭੁੱਲ ਕੇ ਆਉਣ ਜਾਣ ਦਾ ਚੱਕਰ ਜੀਆਂ ਦੇ ਗਲ ਪਿਆ ਰਹਿੰਦਾ ਹੈ। ਮਨਮੁਖ ਸੂਤਕ ਕਬ ਹੈ ਨਾ ਜਾਏ। ਹਜ਼ੂਰ ਕਹਿੰਦੇ ਸੂਤਕ ਤਾਂ ਮਨਮੁਖਤਾਈ ਕਰਕੇ ਹੈ। ਜੋ ਮਨ ਦੇ ਪਿੱਛੇ ਲੱਗਣ ਵਾਲੇ ਵਿਅਕਤੀ ਹਨ, ਮਨ ਦੀ ਮਰਜ਼ੀ ਅਨੁਸਾਰ ਚੱਲਣ ਵਾਲੇ, ਉਹਨਾਂ ਦੇ ਹਿਰਦੇ ਵਿੱਚੋਂ ਸੂਤਕ ਅਪਵਿੱਤਰਤਾ ਕਦੇ ਵੀ ਜਾਂਦੀ ਨਹੀਂ ਹੈ। ਜਿਚਰ ਸ਼ਬਦ ਨਾ ਭੀਜੈ ਹਰ ਕੈ ਨਾਏ। ਜਿਚਰ ਜਦੋਂ ਤੱਕ ਗੁਰੂ ਦੇ ਸ਼ਬਦ ਦੁਆਰਾ ਹਰੀ ਪਰਮਾਤਮਾ ਦੇ ਨਾਮ ਵਿੱਚ ਮਨ ਨਹੀਂ ਭਿੱਜਦਾ ਉਹਨਾਂ ਦਾ, ਉਦੋਂ ਤੱਕ ਸੂਤਕ ਨਹੀਂ ਜਾ ਸਕਦਾ। ਉਦੋਂ ਤੱਕ ਜੀਵ ਦਾ ਹਿਰਦਾ ਸਭ ਕੁਝ ਕਰਮ ਅਪਵਿੱਤਰ ਹੀ ਰਹਿੰਦਾ ਨੇ। ਰਹਾਓ ਸਭੋ ਸੂਤਕ ਜੇਤਾ ਮੋਹ ਆਕਾਰ। ਹਜ਼ੂਰ ਕਹਿੰਦੇ ਨੇ ਜਿੰਨਾ ਵੀ ਆਕਾਰ ਪਸਰਿਆ ਹੋਇਆ ਨਾ, ਇਹ ਸਰੀਰ ਵੀ ਸਾਡੇ, ਜਿੰਨੇ ਵੀ ਹੋਰ ਆਕਾਰ ਨੇ, ਸੰਸਾਰ ਮਤਲਬ ਸੰਸਾਰ ਦੇ ਨਾਲ ਜਿੰਨਾ ਵੀ ਮੋਹ ਹੈ, ਇਹ ਸਾਰਾ ਸੂਤਕ ਹੀ ਸੂਤਕ ਹੈ। ਇਹ ਅਪਵਿੱਤਰਤਾ ਹੀ ਹੈ, ਸਭ ਕੁਝ ਅਪਵਿੱਤਰ ਹੈ। ਮਰ ਮਰ ਜੰਮੈ ਵਾਰੋ ਵਾਰ। ਮਰ ਮਰ ਕੇ ਜੀਵ ਉਦੋਂ ਤੱਕ ਜੰਮਦਾ ਰਹਿੰਦਾ, ਵਾਰ ਵਾਰ। ਵਾਰੋ ਵਾਰ ਦਾ ਮਤਲਬ ਬਾਰ ਬਾਰ, ਅਗੇਨ ਅਗੇਨ, ਦੁਬਾਰਾ ਦੁਬਾਰਾ। ਸੋ ਇਸ ਪ੍ਰਕਾਰ ਮਰ ਮਰ ਕੇ ਜੰਮਦਾ, ਮਰ ਕੇ ਜੰਮਦਾ, ਫਿਰ ਮਰਦਾ, ਫਿਰ ਜੰਮਦਾ। ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ। ਫਿਰ ਹਜ਼ੂਰ ਕਹਿੰਦੇ ਨੇ ਸੂਤਕ ਅਗਨ ਪਾਉਣਾ ਪਾਣੀ ਮਾਹੇ। ਮਹਾਰਾਜ ਕਹਿੰਦੇ ਨੇ ਸੂਤਕ ਜੇ ਵਿਚਾਰੀਏ, ਜੇ ਅਪਵਿੱਤਰਤਾ ਦੀ ਗੱਲ ਕਰੀਏ, ਤੇ ਅੱਗ ਵਿੱਚ ਵੀ ਅਪਵਿੱਤਰਤਾ, ਅੱਗ ਦੇ ਜਿਹੜੇ ਸ਼ੋਲੇ ਉੱਠਦੇ ਨੇ। ਸੋ ਇਸ ਪ੍ਰਕਾਰ ਜਨਮ ਹੋ ਰਿਹਾ ਉਹਨਾਂ ਤਿਣਕਿਆਂ ਦਾ, ਜਿਹੜੇ ਉੱਡਦੇ ਆ ਅੱਗ ਦੇ ਵਿੱਚੋਂ, ਅੰਗਿਆਰ ਬਲਦੇ ਨੇ ਤੇ ਹਵਾ ਦੇ ਵਿੱਚ ਉੱਡਦੇ ਨੇ, ਤਿਣਕੇ ਜਿਹੜੇ ਹਨ ਅੱਗ ਦੇ। ਸੋ ਇਸੇ ਤਰ੍ਹਾਂ ਪਾਉਣਾ, ਪਾਉਣ ਦੇ ਵਿੱਚ ਹਵਾ ਦੇ ਵਿੱਚ ਵੀ ਸੂਤਕ ਹੈ, ਇਸੇ ਤਰ੍ਹਾਂ ਪਾਣੀ ਵਿੱਚ ਵੀ ਸੂਤਕ ਹੈ। ਸੂਤਕ ਭੋਜਨ ਜੇਤਾ ਕਿਛ ਖਾਹੇ। ਸਾਰਾ ਜਿਹੜਾ ਭੋਜਨ, ਜਿੰਨਾ ਕੁਛ ਵੀ ਜੀਵ ਖਾਹੇ ਖਾਂਦੇ ਹਨ, ਉਹ ਸਾਰੇ ਵਿੱਚ ਹੀ ਸੂਤਕ ਹੈ, ਅਪਵਿੱਤਰਤਾ ਹੈ। ਪਵਿੱਤਰਤਾ ਕੁਛ ਹੈ ਹੀ ਨਹੀਂ ਵਾਹਿਗੁਰੂ ਦੇ ਨਾਮ ਤੋਂ ਬਗੈਰ। ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਕੋਲੋਂ ਵਿੱਦਿਆ ਪੜ੍ਹਦੇ ਸਨ ਭਾਈ ਕਰਤਾਰ ਸਿੰਘ ਜੀ ਪ੍ਰੇਮੀ ਜੀ, ਅਤੇ ਉਹ ਸੁੱਚ ਪਵਿੱਤਰਤਾ ਬਹੁਤ ਜ਼ਿਆਦਾ ਰੱਖਦੇ ਸੀ, ਸਫਾਈ ਬਹੁਤੀ ਰੱਖਦੇ ਸੀ ਆਪਣੇ ਵੱਲੋਂ। ਇੱਕ ਦਿਨ ਉਹਨਾਂ ਦੇ ਮਨ 'ਚ ਵੀ ਭਰਮ ਪੈਦਾ ਹੋਇਆ, ਅਤੇ ਉਹ ਮਹਾਂਪੁਰਸ਼ਾਂ ਨੂੰ ਆ ਕੇ ਭਾਈ ਕਰਤਾਰ ਸਿੰਘ ਪ੍ਰੇਮੀ ਨੇ ਕਿਹਾ ਕਿ ਮਹਾਂਪੁਰਸ਼ੋ, ਅਸਲ ਵਿੱਚ ਸਿੱਖੀ ਤਾਂ ਨਿਭਦੀ ਹੈ ਜੇ ਸਾਰਾ ਕੁਝ ਆਪ ਹੀ ਤਿਆਰ ਕੀਤਾ ਜਾਏ। ਧਰਤੀ 'ਚੋਂ ਜਿਹੜੀ ਕਣਕ ਉਗਾਈ ਜਾਏ, ਆਪ ਹੀ ਵੱਢ ਕੇ, ਧੋ ਕੇ, ਚੱਕੀ ਧੋ ਕੇ, ਫਿਰ ਪੀਸ ਕੇ ਆਟਾ ਬਣਾਇਆ ਜਾਏ। ਖੰਡ ਗੁੜ ਘਰ ਦਾ ਆਪ ਹੀ ਬਣਾਇਆ ਜਾਏ, ਹਰ ਵਸਤੂ ਆਪਣੀ ਹੋਵੇ, ਲੂਣ ਤੱਕ, ਤਾਂ ਹੀ ਫਿਰ ਸਿੱਖੀ ਨਿਭ ਸਕਦੀ। ਮਹਾਂਪੁਰਸ਼ ਕਹਿਣ ਲੱਗੇ, ਪ੍ਰੇਮੀ ਜੀ, ਸੁੱਚਾ ਤਾਂ ਕੇਵਲ ਨਾਮ ਹੀ ਹੈ। ਵਾਹਿਗੁਰੂ ਜੀ ਦੇ ਨਾਮ ਤੋਂ ਬਗੈਰ ਹੋਰ ਕੁਛ ਵੀ ਸੁੱਚਾ ਨਹੀਂ ਹੈ। ਮਾਇਆ ਝੂਠੀ ਹੈ ਸਾਰੀ, ਜਿੰਨੀ ਵੀ ਪਰਮਾਤਮਾ ਨੇ ਰਚੀ ਮਾਇਆ, ਸਰੀਰ ਸਭ ਝੂਠ ਹੈ, ਸੁੱਚਾ ਨਾਮ ਹੈ। ਹਾਂ, ਜਿਹੜੀ ਮਰਿਆਦਾ ਨਿਯਮ ਹਨ ਕੁਛ, ਉਹਨਾਂ ਨੂੰ ਧਾਰਨ ਕਰਕੇ ਰੱਖਣਾ ਚਾਹੀਦਾ ਵੀ ਸਿੱਖ ਹਰ ਥਾਂ ਤੋਂ ਲੈ ਕੇ ਝੂਠਾ ਨਾ ਖਾਈ ਜਾਏ। ਕਈ ਤੰਬਾਕੂ ਪੀਣ ਵਾਲੇ ਕੋਈ ਕਿਸ ਤਰ੍ਹਾਂ ਦੇ, ਕੋਈ ਕਿਸ ਤਰ੍ਹਾਂ ਦੇ, ਜੈਸਾ ਅੰਨ ਤੈਸਾ ਮਨ। ਸਫਾਈ ਰੱਖਣੀ ਬੜੀ ਜ਼ਰੂਰੀ ਹੈ। ਜਿਵੇਂ ਸਾਡਾ ਸਰੀਰ ਵੀ ਸਾਰਾ ਗੰਦਮੰਦ ਹੈ, ਪਰ ਸਰੀਰ ਦੇ ਵਿੱਚੋਂ ਗੰਦਗੀ ਜਦੋਂ ਬਾਹਰ ਆਏ ਅਤੇ ਸਰੀਰ 'ਤੇ ਲੱਗੇ, ਸਾਡਾ ਪਿਸ਼ਾਬ ਮੂਤ ਆਦਿਕ ਸਰੀਰ 'ਤੇ ਲੱਗੇ, ਅਤੇ ਸਾਨੂੰ ਧੋਣਾ ਪੈਂਦਾ। ਜੇ ਕਹੀਏ ਵੀ ਸੁੱਚਾ ਕੁਛ ਹੈ ਨਹੀਂ ਅਤੇ ਹੁਣ ਧੋਣ ਦੀ ਕੀ ਲੋੜ ਹੈ, ਅਤੇ ਇਹ ਵੀ ਅਸੱਭਿਅਕ ਬਾਤ ਹੈ। ਕਿਉਂਕਿ ਮਨੁੱਖ ਸੱਭਿਅਕ ਪ੍ਰਾਣੀ ਹੈ, ਸਮਾਜਿਕ ਪ੍ਰਾਣੀ ਹੈ। ਜੰਗਲ 'ਚ ਤਾਂ ਰਹਿੰਦਾ ਨਹੀਂ, ਸਮਾਜ ਵਿੱਚ ਰਹਿੰਦਾ। ਅਤੇ ਕੱਪੜੇ ਬਸਤਰ ਵੀ ਧੋਤੇ ਪਾਉਣੇ, ਉਜਲੇ ਪਾਉਣੇ ਚਾਹੀਦੇ ਨੇ। ਸਰੀਰ ਦੀ ਸੁਧੀ ਵੀ ਰੱਖਣੀ ਚਾਹੀਦੀ, ਸਫਾਈ ਰੱਖਣੀ ਚਾਹੀਦੀ ਹੈ। ਪਰ ਇਹ ਮੰਨ ਲੈਣਾ ਕਿ ਸਰੀਰ ਧੋਣ ਨਾਲ ਸੁੱਚੇ ਹੋ ਜਾਈਦਾ, ਇਹ ਤਾਂ ਵਿਚਾਰ ਗਲਤ ਹੈ। ਸੂਚੇ ਨਾ ਆਖੀਏ ਬਹਿਨ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਨ ਮਨ ਵਸਿਆ ਸੋਏ।
ਸੁੱਚਾ ਤੇ ਪਵਿੱਤਰ ਵਾਹਿਗੁਰੂ ਜੀ ਦਾ ਨਾਮ ਹੀ ਹੈ। ਹਜ਼ੂਰ ਕਹਿੰਦੇ ਨੇ ਸੂਤਕ ਕਰਮਨ ਪੂਜਾ ਹੋਏ। ਸੰਪਰਦਾਈ ਪਾਠ ਹੈ ਕਰਮਨ, ਔਰ ਹੋਰ ਕੁਛ ਵਿਦਵਾਨਾਂ ਨੇ ਕਰਮ ਨਾ ਇੰਜ ਵੀ ਮੰਨਿਆ ਹੈ। ਸੋ ਹਜ਼ੂਰ ਕਹਿੰਦੇ ਸੂਤਕ ਕਰਮਨ ਪੂਜਾ ਹੋਏ। ਜਿਹੜੇ ਧਾਰਮਿਕ ਕਰਮ ਵੀ ਕੀਤੇ ਜਾਂਦੇ ਨੇ, ਜਿਵੇਂ ਹਵਨ ਕੀਤਾ ਜਾਂਦਾ, ਉਹਦੇ 'ਚ ਘਿਓ ਪਾਇਆ ਜਾਂਦਾ ਅਤੇ ਘਿਓ ਦੁੱਧ ਤੋਂ ਬਣਦਾ ਹੈ। ਅਤੇ ਦੁੱਧ ਬਾਰੇ ਹਜ਼ੂਰ ਦੀ ਬਾਣੀ ਦਾ ਬਚਨ ਹੈ, ਦੂਧ ਤਾਂ ਬਸ਼ਰੈ ਥਨਹੁ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਸੋ ਇਸ ਪ੍ਰਕਾਰ ਪੂਜਾ ਜਿਹਨਾਂ ਚੀਜ਼ਾਂ ਨਾਲ ਕੀਤੀ ਜਾਂਦੀ ਹੈ, ਉਹ ਪੂਜਾ ਦੇ ਵਿੱਚ ਵੀ ਫਿਰ ਸੂਤਕ ਹੋਇਆ। ਸਾਰਿਆਂ ਧਰਮ ਦੇ ਕਾਰਜਾਂ ਵਿੱਚ ਵੀ ਅਤੇ ਪੂਜਾ ਆਦਿਕ ਦੇ ਵਿੱਚ ਵੀ ਫਿਰ ਸੂਤਕ ਹੈ, ਪਵਿੱਤਰਤਾ ਹੈ। ਅਤੇ ਜਿਹੜਾ ਦੂਜਾ ਪਾਠ ਕੀਤਾ ਸੂਤਕ ਕਰਮ ਨਾ ਪੂਜਾ ਹੋਏ, ਇੰਝ ਅਰਥ ਕੀਤਾ ਜਦੋਂ ਤੱਕ ਸਾਡੇ ਜੀਵਨ ਵਿੱਚ ਵਾਹਿਗੁਰੂ ਪਰਮਾਤਮਾ ਸਾਹਿਬ ਦੀ ਪੂਜਾ ਨਹੀਂ ਹੈ, ਉਦੋਂ ਤੱਕ ਹਰ ਕਰਮ ਦੇ ਵਿੱਚ ਸੂਤਕ ਹੈ, ਅਪਵਿੱਤਰਤਾ ਹੈ। ਇਹ ਦੂਜਾ ਅਰਥ ਕੀਤਾ। ਜਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੰਝ ਅਰਥ ਕੀਤਾ ਵੀ ਜਿੰਨੇ ਵੀ ਕਰਮ ਹਨ ਜਾਂ ਪੂਜਾ ਹੈ, ਉਹਨਾਂ ਦੇ ਨਾਲ ਵੀ ਸੂਤਕ ਉਤਰਦਾ ਨਹੀਂ। ਪਰ ਇਸ ਪੰਕਤੀ ਵਿੱਚ ਉਤਰਨ ਦਾ ਕੋਈ ਜ਼ਿਕਰ ਨਹੀਂ, ਲੱਥ ਜਾਣ ਦਾ, ਦੂਰ ਹੋਣ ਦਾ ਜ਼ਿਕਰ ਨਹੀਂ ਹੈ। ਰਹੋ ਵਿਚਾਰ। ਨਾਮ ਰਤੇ ਮਨ ਨਿਰਮਲ ਹੋਏ। ਜਿਹੜੇ ਗੁਰਮੁਖ ਪਿਆਰੇ ਨਾਮ ਵਿੱਚ ਰੰਗੇ ਗਏ ਨੇ, ਪਰਮਾਤਮਾ ਦੇ ਨਾਮ ਰੰਗ ਵਿੱਚ ਰਤੇ ਗਿਆ, ਰੰਗਿਆ ਗਿਆ ਹੀ ਮਨ ਨਿਰਮਲ ਹੁੰਦਾ ਹੈ। ਨਿਰਮਲ ਉਜਲ ਅਤੇ ਪਵਿੱਤਰ ਹੋ ਜਾਂਦਾ, ਇਹਦੀ ਮੈਲ ਉਤਰ ਜਾਂਦੀ ਹੈ, ਫਿਰ ਇਹ ਸ਼ੁੱਧ ਹੋ ਜਾਂਦਾ। ਨਾਮ ਵਿੱਚ ਰੰਗੇ ਜਾਏ, ਉਂਝ ਨਹੀਂ। ਸਤਿਗੁਰ ਸੇਵਿਐ ਸੂਤਕ ਜਾਏ। ਜੇ ਸਤਿਗੁਰੂ ਮਹਾਰਾਜ ਦੀ ਟਹਿਲ ਸੇਵਾ ਕਮਾਈਏ, ਹੈ ਤਾਂ ਕਠਿਨ ਸਤਿਗੁਰੂ ਕੀ ਸੇਵਾ, ਗਾਖੜੀ ਸਿਰ ਦੀਜਾ ਆਪ ਗਵਾਏ। ਸੇਵਾ ਹੁਕਮ ਮੰਨਣਾ ਹੀ ਆ, ਸਭ ਤੋਂ ਵੱਡੀ ਸੇਵਾ ਹੁਕਮ ਮੰਨਣਾ। ਆਗਿਆ ਸਮ ਨਹੀਂ ਸਾਹਿਬ ਸੇਵਾ, ਜਾਂ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਭਿੰਨੇ। ਜਿਨ ਸਤਿਗੁਰੂ ਕਾ ਭਾਣਾ ਮੰਨਿਆ ਤਨ ਚੜ੍ਹੀ ਚਵਗਣ ਬੰਨੇ। ਸੋ ਇਸ ਪ੍ਰਕਾਰ ਸਤਿਗੁਰ ਸੇਵਿਆ, ਸਤਿਗੁਰੂ ਦੀ ਦੱਸੀ ਹੋਈ ਭਗਤੀ ਦਾ ਸੇਵਨ ਕਰਨ ਕਰਕੇ ਸੂਤਕ ਜਾਏ। ਫਿਰ ਸੂਤਕ ਜੋ ਅਪਵਿੱਤਰ ਪੁਣਾ ਅਪਵਿੱਤਰਤਾਈ ਹੈ ਉਹ ਚਲੀ ਜਾਂਦੀ। ਮਰੈ ਨਾ ਜਨਮੈ ਕਾਲ ਨਾ ਖਾਏ। ਜਿਹੜਾ ਸਤਿਗੁਰੂ ਦੀ ਸੇਵਾ 'ਚ ਲੱਗਾ, ਸਤਿਗੁਰੂ ਦੀ ਦੱਸੀ ਭਗਤੀ 'ਚ ਲੱਗਾ ਹੋਇਆ, ਉਹ ਫਿਰ ਜੰਮਦਾ ਮਰਦਾ ਨਹੀਂ, ਉਹਨੂੰ ਕਾਲ ਨਹੀਂ ਖਾ ਸਕਦਾ। ਭਾਵ ਕਿ ਕਾਲ ਉਹਨੂੰ ਆਪਣੇ ਅਧੀਨ ਨਹੀਂ ਕਰ ਸਕਦਾ। ਇੰਝ ਵੀ ਅਰਥ ਹੈ ਵੀ ਜਿਹੜੀ ਆਤਮਿਕ ਮੌਤ ਹੈ ਉਹ ਨਹੀਂ ਉਹਨੂੰ ਖਾ ਸਕਦੀ, ਉਹ ਅਮਰ ਹੋ ਜਾਂਦਾ। ਅਮਰ ਹੋਵੇ ਜੋ ਨਾਮ ਰਸ ਪੀਵੇ, ਅੰਦਰੋਂ ਆਤਮਿਕ ਤੌਰ 'ਤੇ ਉਹ ਕਦੇ ਨਹੀਂ ਮਰਦਾ। ਸਾਸਤ ਸਿਮਰਤ ਸੋਧ ਦੇਖੋ ਕੋਏ। ਭਾਈ ਕੋਈ ਵੀ ਮਨੁੱਖ ਐਸਾ ਜੇ ਕਹੇ ਭਈ ਮੈਂ ਦੱਸਦਾ ਕਿਵੇਂ ਸੂਤਕ ਉਤਰਦਾ, ਕੀ ਸੂਤਕ ਹੁੰਦਾ ਕੀ ਨਹੀਂ। ਸਾਸਤ ਸਿਮਰਤ ਸੋਧ ਦੇਖੋ ਕੋਏ। ਕੋਈ ਵੀ ਜੇ ਵਿਅਕਤੀ ਚਾਹੇ ਤਾਂ ਸਾਰੇ 6 ਸ਼ਾਸਤਰਾਂ ਨੂੰ, 27 ਸਿਮਰਤੀਆਂ ਨੂੰ ਸੋਧ ਕੇ ਵਿਚਾਰ ਕੇ ਵੇਖ ਲਵੋ, ਤੱਤ ਇਹ ਨਿਕਲੇਗਾ ਕਿ ਵਿਣ ਨਾ ਆਵੈ ਕੋ ਮੁਕਤ ਨਾ ਹੋਏ। ਵਾਹਿਗੁਰੂ ਪਰਮਾਤਮਾ ਦੇ ਨਾਮ ਤੋਂ ਬਗੈਰ ਕੋਈ ਵੀ ਮੁਕਤੀ ਵਾਲੀ ਅਵਸਥਾ ਨੂੰ ਪ੍ਰਾਪਤ ਨਹੀਂ ਹੋ ਸਕਦਾ। ਕਿਸੇ ਦੀ ਵੀ ਮੁਕਤੀ, ਛੁਟਕਾਰਾ, ਬੰਦ ਖਲਾਸੀ, ਵਿਕਾਰਾਂ ਤੋਂ ਰਹਿਤ ਜੀਵਨ ਵਾਹਿਗੁਰੂ ਦੇ ਨਾਮ ਤੋਂ ਬਗੈਰ ਨਹੀਂ ਹੋ ਸਕਦਾ। ਜੰਮਣ ਮਰਨ ਤੋਂ ਰਹਿਤ ਨਹੀਂ ਕੋਈ ਹੋ ਸਕਦਾ। ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ। ਹਜ਼ੂਰ ਕਹਿੰਦੇ ਨੇ ਭਾਈ ਯੁੱਗ ਭਾਵੇਂ ਕੋਈ ਹੋਵੇ, 4 ਯੁੱਗਾਂ ਬਾਰੇ ਵਿਚਾਰ ਕਰਕੇ ਵੇਖ ਲਓ। ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, 4 ਯੁੱਗਾਂ ਵਿੱਚ ਹੀ ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਨਾਮ ਨਾਲ ਜੁੜ ਕੇ ਹੀ ਮਨੁੱਖ ਉੱਤਮ ਹੁੰਦਾ ਹੈ। ਜਾਂ ਉੱਤਮ ਕਰਮ ਇਹੀ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਅਤੇ ਜਪਣਾ ਨਾਮ। ਸ਼ਬਦ ਵਿਚਾਰ ਕੇ ਉਪਦੇਸ਼ ਦੁਆਰਾ ਨਾਮ ਜਪਣ ਲੱਗ ਪੈਣਾ, ਇਹੀ ਉੱਤਮ ਕਰਮ ਹੈ ਅਤੇ ਇਹਦੇ ਨਾਲ ਹੀ ਮਨੁੱਖ ਉੱਤਮ ਹੁੰਦਾ। ਕਲ ਮਹਿ ਗੁਰਮੁਖ ਉਤਰਸ ਪਾਰ। ਅਤੇ ਹੁਣ ਜਿਹੜਾ ਕਲਯੁਗ ਦਾ ਸਮਾਂ, ਇਹਦੇ ਵਿੱਚ ਵੀ ਜੋ ਗੁਰਾਂ ਦੇ ਸਨਮੁਖ ਹੋ ਕੇ ਚੱਲਦਾ ਹੈ, ਗੁਰੂ ਦੀ ਆਗਿਆ ਅਨੁਸਾਰ ਚੱਲਣ ਕਰਕੇ ਹੀ ਕੋਈ ਪਾਰ ਉਤਰਦਾ ਹੈ। ਕਿਉਂਕਿ ਸਤਿਗੁਰੂ ਨਾਨਕ ਦੇਵ ਜੀ ਕਲਯੁਗ ਸਮੇਂ ਦੇ ਅਵਤਾਰੀ ਪੁਰਸ਼ ਨੇ, ਗੁਰੂ ਹਨ, ਰਹਿਬਰ ਹਨ।
ਤੇ ਉਹਨਾਂ ਦੇ ਬਚਨਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਹਜ਼ੂਰ ਕਹਿੰਦੇ ਨੇ, ਅਬ ਕਲੂ ਆਇਓ ਰੇਕ ਨਾਮ ਬੋਵੋ ਬੋਵੋ ਅਨਰੂਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ। ਸੋ ਇਸ ਪ੍ਰਕਾਰ ਕਲਯੁਗ ਮੈਂ ਹਰ ਜੀਓ ਏਕ ਹੋਰ ਰੁੱਤ ਨਾ ਕਾਈ, ਨਾਨਕ ਗੁਰਮੁਖ ਰਾਮ ਨਾਮ ਹਿਰਦੈ ਲਿਹੋ ਜਮਾਈ। ਨਾਨਕ ਗੁਰਮੁਖ ਹਿਰਦੈ ਰਾਮ ਨਾਮ ਲਿਹੋ ਜਮਾਈ। ਸੋ ਇਸ ਪ੍ਰਕਾਰ ਕਲ ਮਹਿ ਗੁਰਮੁਖ ਉਤਰਸ ਪਾਰ, ਸਾਚਾ ਮਰੈ ਨ ਆਵੈ ਜਾਏ। ਜੋ ਸੱਚ ਸਰੂਪ ਪਰਮਾਤਮਾ ਹੈ ਉਹ ਮਰਦਾ ਨਹੀਂ, ਆਉਂਦਾ ਜਾਂਦਾ ਨਹੀਂ, ਨਾ ਮਰਦਾ ਹੈ ਨਾ ਜੰਮਦਾ ਹੈ। ਨਾਨਕ ਗੁਰਮੁਖ ਰਹਿ ਸਮਾਏ। ਇਸ ਕਰਕੇ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਚੱਲਦਾ ਉਸ ਸੱਚੇ ਪਰਮਾਤਮਾ ਵਿੱਚ ਹੀ ਸਮਾਇਆ ਰਹਿੰਦਾ ਹੈ ਅਤੇ ਉਹ ਵੀ ਅਮਰ ਹੋ ਗਿਆ। ਸੱਚਾ ਅਕਾਲ ਪੁਰਖ ਮਰਦਾ ਨਹੀਂ, ਆਉਂਦਾ ਜਾਂਦਾ ਨਹੀਂ। ਅਤੇ ਜੋ ਗੁਰੂ ਦੇ ਅਨੁਸਾਰ ਹੋ ਕੇ ਉਸ ਵਾਹਿਗੁਰੂ ਪਰਮਾਤਮਾ ਦਾ ਭਜਨ ਕਰਦਾ, ਨਾਮ ਜਪਦਾ ਹੈ, ਆਖਰ ਉਹ ਉਸ ਵਿੱਚ ਹੀ ਸਮਾਇਆ ਰਹਿੰਦਾ, ਉਹਦੇ 'ਚ ਸਮਾ ਕੇ ਅਮਰ ਹੋ ਜਾਏਗਾ। ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ। ਪਾਰ ਬ੍ਰਹਮ ਪਰਮੇਸ਼ਰ ਸਥਿਰ ਹੈ, ਇਸ ਕਰਕੇ ਉਸ ਦਾ ਸੇਵਕ ਵੀ ਥਿਰ ਹੋ ਜਾਏਗਾ। ਗੌੜੀ ਮਹੱਲਾ ਤੀਜਾ। ਗੌੜੀ ਰਾਗਣੀ ਅੰਦਰ ਗੁਰਦੇਵ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਬਚਨ ਫਰਮਾ ਰਹੇ ਨੇ, ਗੁਰਮੁਖ ਸੇਵਾ ਪ੍ਰਾਨ ਆਧਾਰਾ। ਜੋ ਗੁਰਮੁਖ ਹੈ, ਗੁਰਾਂ ਦੇ ਅਨੁਸਾਰੀ ਹੋ ਕੇ ਚੱਲਦਾ ਹੈ, ਉਸਨੇ ਵਾਹਿਗੁਰੂ ਦੀ ਸੇਵਾ ਨੂੰ, ਸੇਵਾ ਮਤਲਬ ਸਿਮਰਨ ਭਗਤੀ ਨੂੰ ਹੀ ਪ੍ਰਾਣਾਂ ਦਾ ਆਧਾਰ ਆਸਰਾ ਬਣਾਇਆ ਹੋਇਆ, ਜਾਂ ਪ੍ਰਾਣਾਂ ਦਾ ਆਸਰਾ ਜੋ ਵਾਹਿਗੁਰੂ ਹੈ ਉਸੇ ਦੀ ਸੇਵਾ ਗੁਰਮੁਖ ਕਰਦੇ ਨੇ। ਹਰ ਜੀਉ ਰਾਖੋ ਹਿਰਦੈ ਔਰ ਧਾਰਾ। ਹਜ਼ੂਰ ਕਹਿੰਦੇ ਨੇ, ਭਾਈ ਹਰੀ ਅਕਾਲ ਪੁਰਖ ਪਰਮਾਤਮਾ ਜੀ ਨੂੰ ਹਿਰਦੇ ਦੇ ਅੰਦਰ, ਮਨ ਦੇ ਅੰਦਰ ਧਾਰਨ ਕਰਕੇ ਰੱਖੋ, ਟਿਕਾ ਕੇ ਰੱਖੋ ਵਾਹਿਗੁਰੂ ਦੇ ਸਿਮਰਨ ਨੂੰ, ਪਰਮਾਤਮਾ ਦੀ ਯਾਦ ਨੂੰ, ਪਰਮਾਤਮਾ ਦੇ ਚੇਤੇ ਨੂੰ। ਗੁਰਮੁਖ ਸੋਭਾ ਸਾਚ ਦੁਆਰਾ। ਜੋ ਗੁਰਮੁਖ ਬਣ ਜਾਏਗਾ ਉਹਦੀ ਸੱਚੇ ਪਰਮਾਤਮਾ ਦੇ ਦਰਬਾਰ ਵਿੱਚ ਸੋਭਾ ਹੋਵੇਗੀ, ਉਹ ਸੋਭਾ ਲੈ ਕੇ ਜਾਏਗਾ। ਕਹੋ ਨਾਨਕ ਸੋਭਾ ਸੰਗ ਜਾਵੋ ਪਾਰ ਬ੍ਰਹਮ ਕੈ ਦੁਆਰਾ। ਗੁਰੂ ਦੇ ਸਨਮੁਖ ਹੋਇਆਂ ਐਸੀ ਸੋਭਾ ਮਿਲਦੀ ਹੈ ਕਿ ਵਾਹਿਗੁਰੂ ਦੇ ਸੱਚੇ ਦਰਬਾਰ ਵਿੱਚ ਪਹੁੰਚ ਕੇ ਵਡਿਆਈ ਸਹਿਤ, ਆਦਰ ਸਹਿਤ, ਮਾਣ ਸਹਿਤ ਉੱਥੇ ਬੈਠਣਾ ਪ੍ਰਾਪਤ ਕਰੀਦਾ। ਪੰਡਿਤ ਹਰ ਪੜ੍ਹ ਤਜੋ ਵਿਕਾਰਾ। ਸੋ ਇੰਝ ਪ੍ਰਤੀਤ ਹੁੰਦਾ ਕਿ ਸਤਿਗੁਰੂ ਮਹਾਰਾਜ ਨੂੰ ਕੋਈ ਪੰਡਿਤ ਮਿਲਿਆ, ਅਖੌਤੀ ਵਿਦਵਾਨ ਮਿਲਿਆ, ਵਿਦਿਆ ਪੜ੍ਹਿਆ ਹੋਇਆ ਅਤੇ ਪੰਡਿਤ ਕਹਾਉਂਦਾ, ਪਰ ਵਾਹਿਗੁਰੂ ਦੇ ਸਿਮਰਨ ਤੋਂ ਕੋਰਾ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਪੰਡਿਤ ਹਰ ਪੜ੍ਹ ਤਜੋ ਵਿਕਾਰਾ। ਇਹ ਵਿਦਿਆ ਪੜ੍ਹੇ ਹੋਏ ਪੰਡਿਤ ਜਨ ਹਰੀ ਅਕਾਲ ਪੁਰਖ ਦੇ ਨਾਮ ਨੂੰ ਪੜ੍ਹੋ, ਪਰਮਾਤਮਾ ਦੀ ਸਿਫਤੋ ਸਿਫਾਤ ਨੂੰ ਪੜ੍ਹੋ, ਕਿਉਂਕਿ ਬਚਨ ਹਨ, ਹਰ ਪੜ੍ਹ ਹਰ ਲਿਖ ਹਰ ਜਪ ਹਰ ਗਾਓ, ਹਰ ਭੌਜਲ ਪਾਰ ਉਤਾਰੀ। ਮਨ ਬਚਨ ਹਿਰਦੈ ਹੋਏ ਸੰਤੁਸ਼ਟ, ਇਵ ਭਣ ਹਰ ਨਾਮ ਮੁਰਾਰੀ। ਮਨ ਜਪੀਐ ਹਰ ਜਗਦੀਸ਼, ਮਿਲ ਸੰਗਤ ਸਾਧੂ ਮੀਤ। ਪੰਡਿਤ ਹਰ ਪੜ੍ਹ ਤਜੋ ਵਿਕਾਰਾ। ਹਰੀ ਦੇ ਨਾਮ ਨੂੰ ਪੜ੍ਹੋ ਅਤੇ ਵਿਕਾਰਾਂ ਦਾ ਖਿਆਲ ਛੱਡੋ। ਜਿਹੜੇ ਵਿਕਾਰ ਹਨ, ਕਾਮ ਕ੍ਰੋਧ ਮੋਹ ਲੋਭ ਹੰਕਾਰ, ਉਹਨਾਂ ਨੂੰ ਤਿਆਗੋ। ਇਸ ਤਰ੍ਹਾਂ ਵਾਹਿਗੁਰੂ ਦੇ ਨਾਮ ਨੂੰ ਪੜ੍ਹ ਪੜ੍ਹ ਕੇ, ਬੋਲ ਬੋਲ ਕੇ, ਜਪ ਜਪ ਕੇ। ਗੁਰਮੁਖ ਭੌਜਲ ਉਤਰੋ ਪਾਰ। ਜੇ ਗੁਰਮੁਖ ਬਣ ਜਾਓ, ਸਤਿਗੁਰੂ ਦੇ ਅਨੁਸਾਰੀ ਹੋ ਕੇ ਚੱਲੋ, ਸਤਿਗੁਰੂ ਦੇ ਸਨਮੁਖ ਹੋ ਜਾਓ, ਤਾਂ ਇਹ ਜਿਹੜਾ ਭਵਜਲ ਹੈ ਸੰਸਾਰ, ਜਿੱਥੇ ਡਰਾਂ ਦਾ ਪਾਣੀ ਭਰਿਆ ਹੋਇਆ, ਇਸ ਭਵਜਲ ਸੰਸਾਰ ਤੋਂ ਪਾਰ ਉਤਰ ਜਾਓਗੇ, ਡੁੱਬ ਨਹੀਂ ਜਾਓਗੇ, ਡੁੱਬਣ ਤੋਂ ਬਚ ਜਾਓਗੇ। ਰਹਾਓ ਗੁਰਮੁਖ ਵਿੱਚੋਂ ਹਉਮੈ ਜਾਏ। ਗੁਰੂ ਦੇ ਸਨਮੁਖ ਹੋਇਆਂ ਹੀ ਹਿਰਦੇ ਵਿੱਚੋਂ ਹੰਗਤਾ ਚਲੀ ਜਾਂਦੀ ਹੈ। ਗੁਰਮੁਖ ਮੈਲ ਨਾ ਲਾਗੈ ਆਏ। ਗੁਰੂ ਦੇ ਸਨਮੁਖ ਹੋਇਆਂ ਫਿਰ ਹੋਰ ਜਿਹੜੀ ਵਿਕਾਰਾਂ ਦੀ ਮੈਲ ਹੈ ਉਹ ਨਹੀਂ ਆ ਕੇ ਲੱਗਦੀ, ਪਹਿਲੀ ਜਿਹੜੀ ਲੱਗੀ ਹੋਈ ਉਹ ਧੁੱਪਦੀ ਹੈ। ਅਤੇ ਗੁਰਮੁਖ ਬਣ ਜਾਏ ਜਿਹੜਾ, ਉਹਨੂੰ ਹੋਰ ਮੈਲ ਦੇ ਮਨ ਨੂੰ ਆ ਕੇ ਨਹੀਂ ਲੱਗਦੀ। ਗੁਰਮੁਖ ਨਾਮ ਵਸੈ ਮਨ ਆਏ। ਗੁਰਾਂ ਦੇ ਸਨਮੁਖ ਹੋਇਆਂ ਹੀ ਮਨ ਵਿੱਚ ਆ ਕੇ ਵਾਹਿਗੁਰੂ ਜੀ ਦਾ ਨਾਮ ਵਸ ਜਾਂਦਾ ਹੈ। ਗੁਰਮੁਖ ਕਰਮ ਧਰਮ ਸੱਚ ਹੋਈ। ਗੁਰਾਂ ਦੇ ਸਨਮੁਖ ਹੋਇਆਂ ਸੱਚ ਸਰੂਪ ਪਰਮਾਤਮਾ ਦਾ ਰੂਪ ਹੋ ਜਾਈਦਾ, ਸੱਚ ਦੇ ਨਾਲ ਜੁੜ ਜਾਈਦਾ, ਅਤੇ ਇਹੀ ਵੱਡਾ ਧਰਮ ਦਾ ਕਰਮ ਹੈ। ਗੁਰਮੁਖ ਕਰਮ ਧਰਮ ਸੱਚ ਹੋਈ। ਸੋ ਇਸ ਪ੍ਰਕਾਰ ਗੁਰਾਂ ਦੇ ਸਨਮੁਖ ਹੋਇਆਂ
ਅਸਲ ਧਰਮੀਆਂ ਵਾਲੇ ਕਰਮ ਕਮਾਈ ਦੇ ਨੇ। ਧਰਮ ਦੇ ਰਾਹ 'ਤੇ ਚੱਲ ਪਈਦਾ, ਧਰਮ ਵਾਲੇ ਕਰਮ ਹੁੰਦੇ ਨੇ, ਅਤੇ ਫਿਰ ਸੱਚ ਨਾਲ ਜੁੜ ਕੇ ਸੱਚ ਵਿੱਚ ਹੀ ਸਮਾ ਜਾਈਦਾ, ਪਰਮੇਸ਼ਰ ਵਿੱਚ ਹੀ। ਗੁਰਮੁਖ ਸੱਚ ਰੂਪ ਹੀ ਹੋ ਜਾਂਦਾ ਹੈ। ਗੁਰਮੁਖ ਅਹੰਕਾਰ ਜਲਾਏ ਦੋਈ। ਗੁਰੂ ਦੇ ਸਨਮੁਖ ਜੋ ਹੋ ਜਾਂਦਾ ਹੈ ਉਹ ਆਪਣੇ ਅੰਦਰੋਂ ਹੰਕਾਰ ਨੂੰ ਅਤੇ ਦੂਈ ਦਵੈਤ ਨੂੰ, ਦੁਵਿਧਾ ਨੂੰ ਸਾੜ ਦਿੰਦਾ ਹੈ। ਗੁਰਮੁਖ ਨਾਮ ਰਤੇ ਸੁਖ ਹੋਈ। ਗੁਰਾਂ ਦੇ ਸਨਮੁਖ ਹੋਇਆਂ ਹੀ ਵਾਹਿਗੁਰੂ ਦੇ ਨਾਮ ਵਿੱਚ ਰੰਗੇ ਜਾਈਦਾ, ਅਤੇ ਇਸ ਕਰਕੇ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਅੰਦਰਲਾ ਸੁੱਖ ਹੈ ਨਾ, ਆਤਮਿਕ ਸੁੱਖ ਜਾਂ ਸੁੱਖ ਕਹਿ ਲਓ, ਮਾਨਸਿਕ ਸੁੱਖ, ਸਦੀਵੀ ਕਾਇਮ ਰਹਿਣ ਵਾਲਾ ਸੁੱਖ, ਉਹ ਪ੍ਰਾਪਤ ਹੁੰਦਾ। ਮਨਮੁਖ ਡੰਫ ਬਹੁਤ ਚਤੁਰਾਈ। ਹੁਣ ਸਤਿਗੁਰੂ ਮਹਾਰਾਜ ਮਨਮੁਖਾਂ ਬਾਰੇ ਕਹਿ ਰਹੇ ਨੇ ਕਿ ਜਿਹੜੇ ਮਨ ਨੂੰ ਮੁਖੀ ਬਣਾ ਕੇ ਚੱਲਦੇ ਨੇ, ਉਹਨਾਂ ਦੇ ਅੰਦਰ ਹੁੰਦਾ ਡੰਫ, ਧਾਰਮਿਕ ਵਿਖਾਵਾ, ਧਾਰਮਿਕ ਕਰਮਾਂ ਦਾ ਵਿਖਾਵਾ, ਪਖੰਡ, ਅਤੇ ਨਾਲ ਬਹੁਤ ਜ਼ਿਆਦਾ ਚਤੁਰਾਈ ਹੁੰਦੀ ਹੈ। ਲੋਕਾਂ ਤੋਂ ਛਪਾਉਣਾ ਆਪਣੇ ਕਰਮ ਨੂੰ ਚਤੁਰਾਈ ਦੇ ਨਾਲ। ਜੋ ਕਿਛ ਕਮਾਵੈ ਸੋ ਥਾਏ ਨਾ ਪਾਈ। ਉਹ ਜਿਹੜਾ ਡੰਫ, ਅਡੰਬਰ, ਪਖੰਡ ਕਰਨ ਵਾਲਾ ਵਿਅਕਤੀ ਹੈ, ਵਿਖਾਵਾ ਕਰਨ ਵਾਲਾ ਅਤੇ ਬੜੀਆਂ ਚਤੁਰਾਈਆਂ ਨਾਲ ਲੋਕਾਂ ਦੀ ਨਜ਼ਰਾਂ ਤੋਂ ਬਚਣ ਵਾਲਾ, ਉਹ ਇੰਝ ਵਿਖਾਵੇ ਦੇ ਤੌਰ 'ਤੇ ਜੋ ਕੁਛ ਵੀ ਕਰਮ ਕਮਾਉਂਦਾ ਹੈ, ਉਹਨਾਂ ਕਰਮਾਂ ਕਰਕੇ ਪ੍ਰਮਾਤਮਾ ਉਹਦੀ ਕਮਾਈ ਨੂੰ ਥਾਏ ਨਹੀਂ ਪਾਉਂਦਾ, ਭਾਵ ਪ੍ਰਵਾਨ ਨਹੀਂ ਕਰਦਾ। ਆਵੈ ਜਾਵੈ ਠੌਰ ਨਾ ਕਾਈ। ਉਹ ਮਨਮੁਖ ਬੰਦਾ ਮਨ ਦੇ ਪਿੱਛੇ ਲੱਗਣ ਕਰਕੇ ਆਉਂਦਾ ਅਤੇ ਜਾਂਦਾ ਹੈ, ਯਾਨੀ ਜੰਮਦਾ ਅਤੇ ਮਰਦਾ ਹੈ, ਇਸ ਚੱਕਰ ਵਿੱਚ ਪਿਆ ਰਹਿੰਦਾ। ਠੌਰ ਨਾ ਕਾਈ, ਉਹਨੂੰ ਕੋਈ ਥਾਂ ਨਹੀਂ ਮਿਲਦੀ, ਕਿਸੇ ਥਾਂ ਵੀ ਉਹਨੂੰ ਢੋਈ ਨਹੀਂ ਮਿਲਦੀ, ਟਿਕਾਣਾ ਨਹੀਂ ਮਿਲਦਾ। ਮਨਮੁਖ ਕਰਮ ਕਰੇ ਬਹੁਤ ਅਭਿਮਾਨਾ। ਜੋ ਮਨ ਦੇ ਪਿੱਛੇ ਲੱਗਣ ਵਾਲਾ ਨਾ ਮਨਮੁਖ, ਉਹ ਕਰਮ ਜਦੋਂ ਕਮਾਉਂਦਾ, ਕਿਉਂਕਿ ਮਨ ਦੀ ਮਰਜ਼ੀ ਨਾਲ ਕਮਾਉਂਦਾ ਨਾ, ਮਨ 'ਚ ਹੰਗਤਾ ਵੀ ਹੁੰਦੀ ਹੈ, ਸੋ ਇਸ ਪ੍ਰਕਾਰ ਫਿਰ ਹੋਰ ਅਭਿਮਾਨ ਵੱਧਦਾ। ਜਿਉਂ-ਜਿਉਂ ਕਰਮ ਕਮਾਉਂਦਾ ਉਹ ਆਪਣੇ ਵੱਲੋਂ ਅਖੌਤੀ ਧਰਮ ਦੇ ਕਰਮ, ਤੀਰਥ ਯਾਤਰਾ ਕਰ ਲਈ, ਦਾਨ ਕਰ ਲਿਆ, ਤਪੱਸਿਆ ਕਰ ਲਈ, ਯੋਗਾ ਅਭਿਆਸ ਕਰ ਲਿਆ, ਅਤੇ ਉਹਨਾਂ ਕਰਮਾਂ ਨੂੰ ਕਮਾਉਂਦਿਆਂ ਹੋਇਆ ਉਹਦੇ ਅੰਦਰ ਬੜਾ ਅਭਿਮਾਨ, ਹੰਕਾਰ ਵੱਧ ਜਾਂਦਾ ਹੈ। ਬੱਗ ਜਿਉਂ ਲਾਏ ਬਹਿ ਨਿਤ ਧਿਆਨਾ। ਜਿੱਥੇ ਅੰਦਰ ਹੰਕਾਰ ਵਸਿਆ ਆ, ਧਿਆਨ ਤਾਂ ਵਾਹਿਗੁਰੂ ਵੱਲ ਜੁੜਨਾ ਹੀ ਨਹੀਂ, ਅਤੇ ਉਹਦਾ ਧਿਆਨ ਜੋੜਨਾ ਇੰਝ ਹੈ ਜਿਵੇਂ ਬਗਲਾ ਧਿਆਨ ਜੋੜਦਾ ਹੈ। ਬਗਲ ਸਮਾਧੀ ਮੀਨ ਆਹਾਰਾ, ਭਾਈ ਗੁਰਦਾਸ ਨੇ ਕਿਹਾ। ਬਗਲਾ ਕਿਸੇ ਛੱਪੜੀ ਦੇ ਕਿਨਾਰੇ ਬੈਠਾ ਹੁੰਦਾ ਹੈ ਅਤੇ ਅੱਖਾਂ ਬੰਦ ਹੁੰਦੀਆਂ, ਵੇਖਣ ਵਾਲੇ ਦੀ ਨਜ਼ਰ ਭੁਲੇਖਾ ਖਾਂਦੀ ਹੈ ਵੀ ਇਹਦੀ ਖਰੇ ਸਮਾਧੀ ਲੱਗੀ ਹੋਈ ਹੈ, ਪਰ ਉਹ ਥੋੜ੍ਹੀ ਜਿਹੀ ਅੱਖ ਖੁੱਲ੍ਹੀ ਰੱਖਦਾ ਹੈ ਕਿ ਕਦੋਂ ਕੋਈ ਡੱਡੀ ਮੱਛੀ ਨੇੜੇ ਆਏ ਅਤੇ ਮੈਂ ਪਕੜਾਂ। ਇਸੇ ਪ੍ਰਕਾਰ ਜਿਵੇਂ ਸਤਿਗੁਰੂ ਨਾਨਕ ਦੇਵ ਜੀ ਰਾਮ ਤੀਰਥ ਜਿਹੜਾ ਸਥਾਨ ਹੈ ਅੰਮ੍ਰਿਤਸਰ ਜ਼ਿਲ੍ਹੇ 'ਚ, ਉੱਥੇ ਗਏ ਸੀ ਹਜ਼ੂਰ, ਅਤੇ ਉੱਥੇ ਇੱਕ ਪੰਡਤ ਨੇ ਮੂਹਰੇ ਮੁਜੰਗੀ ਰੱਖੀ ਹੋਈ ਸੀ, ਕੱਪੜਾ ਵਿਛਾ ਕੇ, ਅਤੇ ਉਹਦੇ ਉੱਪਰ ਉਹਨੇ ਮੂਰਤੀਆਂ ਰੱਖੀਆਂ ਹੋਈਆਂ, ਅਤੇ ਅੱਖਾਂ ਬੰਦ ਕਰਕੇ ਬਹਿੰਦਾ ਸੀ। ਐਨ ਇਸ਼ਨਾਨ ਵਗੈਰਾ ਕਰਕੇ, ਧੋਤੀ ਪਹਿਨੀ ਹੋਈ ਸੀ, 12 ਵਰ੍ਹੇ ਦੇ ਤਿਲਕ ਲਾਏ ਹੋਏ ਸੀ, ਮਾਲਾ ਵੀ ਪਾਈ ਹੋਈ। ਤਾਂ ਹਜ਼ੂਰ ਕਹਿਣ ਲੱਗੇ, ਪੰਡਤ ਜੀ, ਜਿਸ ਮੂਰਤੀ ਦੇ ਤੁਸੀਂ ਧਿਆਨੀ ਹੋ, ਜੋ ਤੁਹਾਡਾ ਇਸ਼ਟ ਹੈ ਮੂਰਤੀ, ਇਹ ਤਾਂ ਤੁਹਾਡੇ ਸਾਹਮਣੇ ਆ, ਫਿਰ ਤੁਸੀਂ ਨੇਤਰ ਕਿਉਂ ਬੰਦ ਕਰਦੇ ਹੋ? ਕਹਿਣ ਲੱਗਾ, ਜਾਓ ਆਪਣਾ ਕੰਮ ਕਰੋ। ਮੈਂ ਜਦੋਂ ਸਮਾਧੀ ਲਾਉਣਾ, ਤਿੰਨਾਂ ਲੋਕਾਂ 'ਚ ਮੇਰੀ ਪਹੁੰਚ ਹੁੰਦੀ ਹੈ। ਮਹਾਰਾਜ ਕਹਿੰਦੇ, ਪੰਡਤ ਜੀ ਤੁਸੀਂ ਖਫਾ ਹੋ ਗਏ, ਨਾਰਾਜ਼ ਹੋ ਗਏ, ਚਲੋ ਖਿਮਾ ਕਰੋ। ਅਤੇ ਮੈਨੂੰ ਨਹੀਂ ਸੀ ਪਤਾ ਤੁਸੀਂ ਸਮਾਧੀ 'ਚ ਕਿੱਥੇ ਪਹੁੰਚ ਜਾਂਦੇ ਹੋ। ਤਾਂ ਹਜ਼ੂਰ ਥੋੜ੍ਹਾ ਪਾਸੇ ਹੋ ਗਏ। ਜਦੋਂ ਉਹਨੇ ਨੇਤਰ ਬੰਦ ਕੀਤੇ ਤਾਂ ਇੱਕ ਸਿੱਖ ਨੂੰ ਕਹਿ ਕੇ ਉਹਦੀ ਮੂਰਤੀਆਂ ਚੱਕ ਲਈਆਂ, ਅਤੇ ਕੁਝ ਸਮੇਂ ਬਾਅਦ ਉਹਦੇ ਨੇਤਰ ਖੁੱਲ੍ਹੇ। ਉਹ ਰੌਲਾ ਪਾਉਣ ਦਾ ਵੇਖ ਲਿਆ ਸਤਿਗੁਰਾਂ ਨੇ ਵੀ ਮੇਰੀਆਂ ਮੂਰਤੀਆਂ ਕੌਣ ਚੱਕ ਕੇ ਲੈ ਗਿਆ। ਫਿਰ ਸਤਿਗੁਰੂ ਜਾ ਸਾਹਮਣੇ ਖੜ੍ਹੇ ਹੋਏ, ਕਹਿੰਦੇ, ਪੰਡਤ ਜੀ ਕੀ ਗੱਲ ਹੋਈ, ਬੜੇ ਖਫਾ ਹੋਏ ਹੋਏ? ਕਹਿੰਦੇ, ਕੋਈ ਮੂਰਤੀਆਂ ਚੁੱਕ ਕੇ ਲੈ ਗਿਆ। ਤਾਂ ਹਜ਼ੂਰ ਵਿਅੰਗ ਨਾਲ ਕਹਿਣ ਲੱਗੇ, ਪੰਡਤ ਜੀ ਤਿੰਨਾਂ ਲੋਕਾਂ ਤੋਂ ਬਾਹਰ ਤਾਂ ਕਿਧਰੇ ਨਹੀਂ ਗਈਆਂ ਹੋਣਗੀਆਂ, ਥੋੜ੍ਹਾ ਜਿਹਾ ਧਿਆਨ ਜੋੜ ਕੇ ਵੇਖ ਲਓ ਕਿੱਥੇ ਨੇ ਮੂਰਤੀਆਂ। ਫਿਰ ਉਹਨੇ ਹੱਥ ਜੋੜ ਲਏ ਵੀ ਮੈਂ ਤਾਂ ਜੀ ਪਖੰਡ ਰਚਾਇਆ ਹੋਇਆ, ਦੁਨੀਆ ਨੂੰ ਲੁੱਟਣ ਵਾਸਤੇ, ਆਪਣੇ ਢਿੱਡ ਦੀ ਪੂਰਤੀ ਵਾਸਤੇ, ਗੁਜ਼ਾਰੇ ਵਾਸਤੇ, ਇਹ ਤਾਂ ਮੇਰਾ ਰੁਜ਼ਗਾਰ ਹੈ, ਅਤੇ ਲੋਕ ਇੱਥੇ ਮਾਇਆ ਰੱਖ ਜਾਂਦੇ ਨੇ, ਮੈਂ ਨੇਤਰ ਬੰਦ ਕਰਕੇ ਬੈਠਾ ਹੁੰਦਾ। ਇਹ ਸਾਰਾ ਕੁਛ ਐਵੇਂ ਹੀ ਹੈ। ਤਾਂ ਗੁਰੂ ਮਹਾਰਾਜ ਜੀ ਨੇ ਸ਼ਬਦ ਉਚਾਰਿਆ ਸੀ, ਕਾਲ ਨਾਹੀ ਜੋਗ ਨਾਹੀ ਸਤ ਕਾ ਢਾਵ, ਥਾ ਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਵ ਜਗ, ਕਲ ਮਹਿ ਰਾਮ ਨਾਮ ਸਾਰ, ਰੱਖੀ ਤਾਂ ਮੀਟਹਿ ਨਾਕ ਪਕੜੈ ਠੱਗਣ ਕੋ ਸੰਸਾਰ।
ਔਰ ਇਸ ਪ੍ਰਕਾਰ ਹਜੂਰ ਇੱਥੇ ਵੀ ਕਹਿੰਦੇ ਨੇ, ਬੱਗ ਜਿਉ ਲਾਏ ਬਹਿ ਨਿਤ ਧਿਆਨਾ। ਬਗਲਾ ਜਿਸ ਤਰ੍ਹਾਂ ਨਿਤ ਹੀ ਧਿਆਨ ਜੋੜ ਕੇ ਬੈਠਦਾ, ਇਸੇ ਤਰ੍ਹਾਂ ਪਖੰਡੀ ਮਨੁੱਖ, ਮਨਮੁਖ ਮਨੁੱਖ ਜਿਹੜਾ ਹੈ, ਉਹ ਵੀ ਬਗਲੇ ਦੀ ਤਰ੍ਹਾਂ ਧਿਆਨ ਲਾ ਕੇ ਬੈਠਦਾ ਹੈ। ਜਮ ਪਕੜਿਆ ਤਬ ਹੀ ਪਛਤਾਨਾ, ਕਿਉਂਕਿ ਪਖੰਡ ਅੰਦਰ ਹੁੰਦਾ ਨਾ, ਧਿਆਨ ਵਾਹਿਗੁਰੂ ਵੱਲ ਤਾਂ ਹੁੰਦਾ ਹੀ ਨਹੀਂ। ਜਦੋਂ ਧਰਮਰਾਜ ਦੇ ਦੂਤਾਂ ਨੇ, ਯਮਾਂ ਨੇ ਪਕੜ ਲਿਆ, ਫਿਰ ਹੀ ਪਛਤਾਵੇਗਾ, ਫਿਰ ਪਛਤਾਵਾ ਹੀ ਪੱਲੇ ਰਹਿ ਜਾਏਗਾ। ਇੱਕ ਭਾਈ ਸਾਹਿਬ ਡਾਕਟਰ ਵੀਰ ਸਿੰਘ ਨੇ ਵੀ ਵਚਨ ਲਿਖਿਆ ਕਿ ਇਸ ਸਰੀਰ ਦੇ ਛੁੱਟ ਜਾਣ ਤੋਂ ਬਾਅਦ ਜਿਹੜਾ ਰੂਹ ਨੂੰ ਸਭ ਤੋਂ ਪਹਿਲਾ ਅਤੇ ਵੱਡਾ ਦੁੱਖ ਵਿਆਪਤਾ ਹੈ, ਉਹ ਹੈ ਪਛਤਾਵੇ ਦਾ। ਜਿਨ੍ਹਾਂ ਨੇ ਬੰਦਗੀ ਨਹੀਂ ਕੀਤੀ, ਸਿਮਰਨ ਭਜਨ ਧਰਮ ਦੇ ਕਰਮ ਨਹੀਂ ਕੀਤੇ, ਉਹ ਤਾਂ ਪਛਤਾਉਣਗੇ ਹੀ, ਪਰ ਜਿਨ੍ਹਾਂ ਨੇ ਵਾਹਿਗੁਰੂ ਦਾ ਕੁਝ ਸਿਮਰਨ ਵੀ ਕੀਤਾ, ਉਹ ਵੀ ਪਛਤਾਉਂਦੇ। ਤਾਂ ਸਵਾਲ ਖੜਾ ਹੋਇਆ ਵੀ ਕਿਉਂ? ਤਾਂ ਭਾਈ ਸਾਹਿਬ ਜੀ ਲਿਖਦੇ ਨੇ, ਉਹ ਤਾਂ ਪਛਤਾਉਂਦੇ ਨੇ ਕਿ ਸਾਨੂੰ ਤਾਂ ਬੜੀ ਲੰਬੀ ਉਮਰ ਮਿਲੀ ਸੀ, ਬੜੇ ਬੇਕੀਮਤੇ ਸਵਾਸ ਮਿਲੇ ਸਨ, ਅਤੇ ਇੱਥੇ ਤਾਂ ਸਾਹਾਂ ਦਾ ਮੁੱਲ ਬੜਾ ਪੈਂਦਾ। ਜਿਹੜੇ ਪ੍ਰਮਾਤਮਾ ਦੀ ਯਾਦ ਵਿੱਚ ਗੁਜ਼ਾਰੇ ਨਾ ਆਪਣੇ ਸਵਾਸ, ਉਹਨਾਂ ਦਾ ਮੁੱਲ ਬਹੁਤ ਪੈ ਰਿਹਾ। ਅਤੇ ਅਸੀਂ ਅੱਧੀ ਉਮਰ ਸੌਂ ਕੇ ਲੰਘਾ ਲਈ, ਕੁਝ ਬਚਪਨ ਦੀ ਨਦਾਨਗੀ ਵਿੱਚ ਲੰਘਾ ਲਈ, ਕੋਈ ਜਵਾਨੀ ਦੀ ਮਸਤੀ 'ਚ ਲੰਘਾ ਲਈ, ਕੋਈ ਸੰਸਾਰ ਦੇ ਧੰਦਿਆਂ 'ਚ ਪਰਿਵਾਰ ਦਾ ਧੰਦਾ ਗਲ ਪੈ ਗਿਆ ਫਿਰ ਲੰਘਾ ਲਈ, ਅਤੇ ਕੁਝ ਪਿਛਲੀ ਉਮਰੇ ਝੂਰਦਿਆਂ ਆਪਣੇ ਸਵਾਸ ਬਰਬਾਦ ਕਰ ਲਏ। ਪ੍ਰਮਾਤਮਾ ਦੇ ਸਿਮਰਨ ਵਿੱਚ ਤਾਂ ਲਾਈ ਨਹੀਂ, ਬਹੁਤ ਘੱਟ ਸਮਾਂ ਰੱਬ ਦੇ ਨਾਮ ਨੂੰ ਜਪਿਆ, ਅਤੇ ਇੱਥੇ ਦਰਗਾਹ ਵਿੱਚ ਮੁੱਲ ਬਹੁਤ ਪੈਂਦਾ। ਖੈਰ, ਇਹ ਲੰਬੀ ਚੌੜੀ ਇਸ ਸੰਬੰਧ ਵਿੱਚ ਵਿਆਖਿਆ ਹੈ। ਹਜ਼ੂਰ ਕਹਿੰਦੇ ਨੇ ਉਸ ਵੇਲੇ ਫਿਰ ਪਛਤਾਵਾ ਹੁੰਦਾ। ਜਮ ਪਕੜਿਆ ਤਬ ਹੀ ਪਛਤਾਨਾ, ਜਦੋਂ ਜਮਾਂ ਨੇ ਪਕੜ ਲਿਆ ਉਦੋਂ ਇਹ ਜੀਵ ਪਛਤਾਉਂਦਾ ਹੈ। ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ, ਬਿਨਾਂ ਸਤਿਗੁਰੂ ਦੀ ਸੇਵਾ ਟਹਿਲ ਤੋਂ, ਸਤਿਗੁਰੂ ਦੀ ਦੱਸੀ ਸੇਵਾ ਭਗਤੀ ਤੋਂ, ਸਤਿਗੁਰੂ ਦੇ ਆਖੇ ਲੱਗਣ ਤੋਂ, ਹੁਕਮ ਮੰਨਣ ਤੋਂ ਬਗੈਰ, ਸਤਿਗੁਰੂ ਦੇ ਅਨੁਸਾਰੀ ਹੋਣ ਤੋਂ ਬਗੈਰ ਮੁਕਤੀ ਨਹੀਂ ਹੁੰਦੀ ਹੈ, ਬੰਦ ਖਲਾਸੀ ਨਹੀਂ ਹੁੰਦੀ, ਛੁਟਕਾਰਾ ਨਹੀਂ ਹੁੰਦਾ। ਗੁਰ ਪ੍ਰਸਾਦੀ ਮਿਲੈ ਹਰ ਸੋਈ, ਜਿਹੜਾ ਗੁਰੂ ਦੀ ਪ੍ਰਸਾਦ ਕਿਰਪਾ ਦਾ ਪਾਤਰ ਬਣਦਾ ਹੈ, ਉਸ ਨੂੰ ਉਹ ਹਰੀ ਅਕਾਲ ਪੁਰਖ ਪਰਮਾਤਮਾ ਮਿਲ ਪੈਂਦਾ ਹੈ। ਗੁਰਦਾਤਾ ਜੁਗ ਚਾਰੇ ਹੋਈ, ਕਿ ਹੇ ਭਾਈ, ਚੌਹਾਂ ਯੁੱਗਾਂ ਦੇ ਵਿੱਚ ਹੀ ਸਤਿਗੁਰੂ ਮਹਾਰਾਜ ਦਾਤੇ ਹਨ। ਅਸਲੀ ਦਾਤੇ ਸਤਿਗੁਰੂ ਹਨ, ਜਿਨ੍ਹਾਂ ਦੇ ਕੋਲੋਂ ਨਾਮ ਦੀ ਦਾਤ ਮਿਲਦੀ। ਗੁਰਮੁਖ ਜਾਤ ਪਤ ਨਾਮੇ ਵਡਿਆਈ, ਗੁਰਾਂ ਦੇ ਸਨਮੁਖ ਹੋ ਕੇ ਜੋ ਚੱਲਣ ਵਾਲਾ, ਉਹਨੂੰ ਗੁਰਾਂ ਪਾਸੋਂ ਜੋ ਨਾਮ ਮਿਲਿਆ, ਇਹ ਉਹਨਾਂ ਵਾਸਤੇ ਨਾਮ ਹੀ ਉੱਚੀ ਜਾਤ ਹੈ। ਨਾਮ ਹੀ ਪਤ ਇੱਜ਼ਤ ਇਸ ਜਹਾਨ ਦੀ, ਅਥਵਾ ਪਾਤ ਸ਼੍ਰੇਣੀ ਗੋਤ ਵਰਨਾਦਿਕ, ਅਤੇ ਦਰਗਾਹ ਵਿੱਚ ਨਾਮ ਦੁਆਰਾ ਹੀ ਵਡਿਆਈ ਮਿਲਦੀ ਹੈ। ਉਹ ਕਹਿੰਦੇ ਨਾਮ ਹੀ ਸਭ ਕੁਝ ਹੈ, ਨਾਮ ਹੀ ਜਾਤ ਹੈ, ਨਾਮ ਹੀ ਪਤ ਹੈ, ਨਾਮ ਹੀ ਵਡਿਆਈ ਹੈ। ਸਾਇਰ ਕੀ ਪੁੱਤਰੀ ਬਿਦਾਰ ਗਵਾਈ, ਸਾਇਰ ਨਾਮ ਹੈ ਸਮੁੰਦਰ ਦਾ, ਸਮੁੰਦਰ ਵਿੱਚੋਂ ਨਿਕਲੀ ਸੀ ਲక్ష్ਮੀ। ਜਦੋਂ ਦੇਵਤਿਆਂ ਨੇ 14 ਰਤਨ ਕੱਢੇ ਸਮੁੰਦਰ ਰਿੜਕ ਕੇ, ਸੋ ਇਸ ਪ੍ਰਕਾਰ ਮੰਦਰਾਚਲ ਪਰਬਤ ਨੂੰ ਜਿਸ ਵੇਲੇ ਮਧਾਣਾ ਬਣਾ ਕੇ ਸਮੁੰਦਰ ਰਿੜਕਿਆ ਉਹਨਾਂ ਨੇ, ਬਾਸਕ ਨਾਗ ਦਾ ਨੇਤਰਾ ਪਾ ਕੇ, ਸੋ ਇਸ ਪ੍ਰਕਾਰ ਉਦੋਂ 14 ਰਤਨ ਉਹਨਾਂ ਕੱਢੇ ਸੀ। ਉਹਨਾਂ ਬਾਰੇ ਜ਼ਿਕਰ ਆ ਗ੍ਰੰਥਾਂ 'ਚ, ਸ਼੍ਰੀ ਮਣ ਰੰਭਾ ਬਾਰਨੀ ਤਨਖ ਧਨੰਤਰ ਬਾਜ ਬਿਖ ਧੇਨ ਸਸ ਕਲਪ ਤਰ ਸੰਖ ਅਮੀ ਗਜਰਾਜ, ਇਹ 14 ਨਾਮ ਹੈ। ਸਭ ਤੋਂ ਪਹਿਲੇ ਨੰਬਰ 'ਤੇ ਸ਼੍ਰੀ ਯਾਨੀ ਕਿ ਲక్ష్ਮੀ। ਇਹ ਲక్ష్ਮੀ ਜਿਹੜੀ ਸਮੁੰਦਰ 'ਚੋਂ ਨਿਕਲੀ, ਸਾਇਰ ਕੀ ਪੁੱਤਰੀ, ਸਮੁੰਦਰ ਦੀ ਪੁੱਤਰੀ ਹੈ ਇਹ, ਮਾਇਆ ਯਾਨੀ ਬਿਦਾਰ ਗਵਾਈ, ਇਹਨੂੰ ਚੰਗੀ ਤਰ੍ਹਾਂ ਚੀਰ ਫਾੜ ਕਰਕੇ, ਚੰਗੀ ਤਰ੍ਹਾਂ ਨਾਸ ਕਰਕੇ ਗਵਾਤਾ, ਭਜਾਤਾ, ਚੰਗੀ ਤਰ੍ਹਾਂ ਬਰਬਾਦ ਕੀਤਾ ਉਹਨਾਂ ਗੁਰਮੁਖਾਂ ਨੇ। ਭਾਵ ਕਿ ਮਨ ਵਿੱਚੋਂ ਮਾਇਆ ਦਾ ਪ੍ਰਭਾਵ ਖਤਮ ਕਰ ਲਿਆ। ਨਾਨਕ ਬਿਨ ਨਾਵੈ ਝੂਠੀ ਚਤੁਰਾਈ, ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਹੇ ਭਾਈ, ਵਾਹਿਗੁਰੂ ਜੀ ਦੇ ਨਾਮ ਨਾਲ ਜੁੜਨ ਤੋਂ ਬਗੈਰ ਜਿਹੜੀਆਂ ਮਨ ਦੀਆਂ ਹੋਰ ਚਤੁਰਾਈਆਂ ਸਭ ਝੂਠੀਆਂ ਵਿਅਰਥ ਨੇ। ਨਾਮ ਤੋਂ ਬਗੈਰ ਜਿੱਡਾ ਮਰਜ਼ੀ ਕੋਈ ਚਤੁਰਦਾਨਾ ਸਿਆਣਾ ਬਣਿਆ ਫਿਰੇ, ਜੇ ਵਾਹਿਗੁਰੂ ਦਾ ਨਾਮ ਉਹਦੇ ਪੱਲੇ ਨਹੀਂ ਹੈ ਤੇ ਉਹਦੀ ਚਤੁਰਾਈ ਵਿਅਰਥ ਹੈ, ਕਿਸੇ ਕੰਮ ਨਹੀਂ। ਵਾਹਿਗੁਰੂ ਦੇ ਨਾਮ ਤੋਂ ਬਗੈਰ ਸਭ ਸਿਆਣਪਾਂ ਚਤੁਰਾਈਆਂ ਝੂਠੀਆਂ ਹੀ ਹਨ, ਕਿਸੇ ਅਰਥ ਨਹੀਂ। ਗੌੜੀ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਅਗਲੀ ਅਸ਼ਟਪਦੀ ਉਚਾਰਦੇ ਹਨ। ਇਸ ਯੁਗ ਕਾ ਧਰਮ ਪੜ੍ਹੋ ਤੁਮ ਭਾਈ,
ਹਜ਼ੂਰ ਕਹਿੰਦੇ ਹੈ ਭਾਈ ਭਰਾ ਜੀ, ਇਸ ਕਲਯੁਗ ਦੇ ਸਮੇਂ ਦਾ ਧਰਮ ਪੜ੍ਹੋ ਤਾਂ ਸਹੀ ਗ੍ਰੰਥਾਂ ਵਿੱਚੋਂ ਵੀ ਕੀ ਧਰਮ ਲਿਖਿਆ ਹੋਇਆ। ਜਿਵੇਂ ਪਿਛੇ ਦਾਸ ਨੇ ਬਚਨ ਕੀਤੇ ਨੇ ਕਿ ਅਬ ਕਲੂ ਆਇਓ ਰੇ, ਇੱਕ ਨਾਮ ਬੋ ਬੋ ਅਨਰੂਤ ਨਾਹੀ, ਨਾਹੀ ਮਤ ਭਰਮ ਭੂਲੋ ਭੂਲੋ। ਹੋਰਨਾਂ ਯੁੱਗਾਂ 'ਚ ਹੋਰਨਾਂ ਕਰਮਾਂ ਦੀਆਂ ਰੁੱਤਾਂ ਸਨ, ਪਰ ਕਲਯੁਗ ਦੇ ਅੰਦਰ ਰੁੱਤ ਅਬ ਰੁੱਤ ਨਾਮ ਰੇ। ਹੁਣ ਤਾਂ ਰੁੱਤ ਹੀ ਕੇਵਲ ਨਾਮ ਦਾ ਬੀਜ ਬੀਜਣ ਦੀ ਹੈ। ਇਹ ਪੜ੍ਹੋ, ਹਰੀ ਪਰਮਾਤਮਾ ਦਾ ਨਾਮ ਪੜ੍ਹੋ। ਇਸ ਯੁੱਗ ਦਾ ਧਰਮ ਇਹੀ ਹੈ। ਪੜ੍ਹੋ ਵਾਹਿਗੁਰੂ ਦੇ ਨਾਮ ਨੂੰ ਹੈ ਭਾਈ ਤੁਸੀਂ। ਪੂਰਾ ਗੁਰ ਸਭ ਸੋਝੀ ਪਾਈ। ਪੂਰੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ, ਪੂਰਨ ਸਤਿਗੁਰਾਂ ਨੇ ਸਾਰੀ ਸੋਝੀ ਗਿਆਤ ਸਾਡੇ ਅੰਦਰ ਪਾਈ। ਸੋਝੀ ਪਾਈ, ਸੋਝੀ ਗਿਆਤ ਬਖਸ਼ੀ ਹੈ। ਕੀ ਬਖਸ਼ੀ ਹੈ ਜੀ? ਇੱਥੇ ਅੱਗੇ ਹਰ ਨਾਮ ਸਿਖਾਈ। ਸਤਿਗੁਰੂ ਨੇ ਭਾਈ ਆਪਣੇ ਸਿੱਖਾਂ ਨੂੰ ਇਹੋ ਹੀ ਤਾਂ ਸੋਝੀ ਬਖਸ਼ੀ ਹੈ ਕਿ ਇੱਥੇ ਇਸ ਜਹਾਨ ਵਿੱਚ ਵੀ ਅਤੇ ਅੱਗੇ ਪਰਲੋਕ ਵਿੱਚ ਵੀ ਹਰੀ ਅਕਾਲ ਪੁਰਖ ਦਾ ਨਾਮ ਹੀ ਸਖਾ, ਸਾਥੀ, ਸਖਾਈ, ਸਹਾਈ ਹੈ। ਸਾਥੀ ਬਣ ਕੇ ਸਹਾਇਤਾ ਕਰਨ ਵਾਲਾ ਵਾਹਿਗੁਰੂ ਜੀ ਦਾ ਨਾਮ ਹੀ ਹੈ। ਕਲਯੁਗ ਨਾਨਕ ਨਾਮ ਸੁਖਾਲਾ, ਭਾਈ ਗੁਰਦਾਸ ਜੀ। ਰਾਮ ਪੜ੍ਹੋ, ਮਨ ਕਰੋ ਵਿਚਾਰ। ਰਸਨਾ ਦੇ ਨਾਲ ਰਾਮ ਪਰਮਾਤਮਾ ਅਕਾਲ ਪੁਰਖ ਦੇ ਨਾਮ ਨੂੰ ਉਚਾਰਨ ਕਰੋ ਅਤੇ ਮਨ ਅੰਦਰ ਉਸੇ ਪਰਮਾਤਮਾ ਦੀਆਂ ਵਡਿਆਈਆਂ ਦੀ, ਉਸੇ ਦੇ ਨਾਮ ਦੀ ਮਹਾਨਤਾ ਦੀ ਵਿਚਾਰ ਵੀ ਕਰੋ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਜਿਵੇਂ ਲਿਖਿਆ ਹਜ਼ੂਰ ਨੇ। ਸੋ ਸਤਿਗੁਰੂ ਮਹਾਰਾਜ ਦਾ ਇੱਕ ਬਚਨ ਹੈ, ਗੁਰੂ ਅਰਜਨ ਦੇਵ ਮਹਾਰਾਜ ਦਾ, ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸੈ ਕੋ ਦ੍ਰਿੜੈ, ਤਿਸ ਕਾ ਹੋਏ ਉਧਾਰ। ਕਿਲ ਬਿਖ ਕਾਟੈ ਹੋਏ ਨਿਰਮਲਾ, ਜਨਮ ਜਨਮ ਮਲ ਜਾਏ, ਹਲਤ ਪਲਤ ਮਹੂਜਲਾ, ਨਹਿ ਪੋਹੈ ਤਿਸ ਸਮਾਏ। ਸੋ ਸੁਰਤਾ ਸੋ ਬੈਸਨੁ, ਸੋ ਗਿਆਨੀ ਧਨਵੰਤ, ਸੋ ਸੂਰਾ ਕੁਲਵੰਤ ਸੋਏ, ਜਿਨ ਭਜਿਆ ਭਗਵੰਤ। ਖੱਤਰੀ ਬ੍ਰਾਹਮਣ ਸੂਦ ਵੈਸ, ਉਧਰੈ ਸਿਮਰ ਚੰਡਾਲ, ਜਿਨ ਜਾਣਿਓ ਪ੍ਰਭ ਆਪਣਾ, ਨਾਨਕ ਤਿਸੈ ਰਵਾਲ। ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਰਾਮ ਪੜ੍ਹੋ ਮਨ ਕਰੋ ਵਿਚਾਰ, ਗੁਰ ਪ੍ਰਸਾਦੀ ਮਹਿਲ ਉਤਾਰ। ਇੰਜ ਗੁਰੂ ਦੀ ਪ੍ਰਸਾਦ ਕਿਰਪਾ ਦੇ ਪਾਤਰ ਬਣਦਿਆਂ ਹੋਇਆਂ, ਨਾਮ ਜਪਦਿਆਂ ਵਿਚਾਰਦਿਆਂ ਹੋਇਆਂ ਆਪਣੇ ਮਨ ਦੀ ਮੈਲ ਉਤਾਰ ਲਵੋ। ਮਨ ਦੀ ਮੈਲ ਉਤਰੇਗੀ ਤਾਂ ਤੁਸੀਂ ਬਖਸ਼ੇ ਜਾਓ। ਮਨ ਦੀ ਮੈਲ ਉਤਰੇਗੀ ਤਾਂ ਪ੍ਰਵਾਨ ਹੋਵੋਗੇ। ਰਹਾਓ, ਵਾਦ ਵਿਰੋਧ ਨਾ ਪਾਇਆ ਜਾਏ। ਜਿਹੜੇ ਲੋਕ ਧਾਰਮਿਕ ਵਿਦਿਆ ਪੜ੍ਹ ਕੇ, ਗ੍ਰੰਥ ਪੜ੍ਹ ਕੇ ਫਿਰ ਵਾਦ, ਚਰਚਾ, ਝਗੜੇ, ਝਾਂਜੇ ਕਰਦੇ, ਮਹਾਰਾਜ ਕਹਿੰਦੇ ਇਹਨਾਂ ਵਾਦਾਂ 'ਚ, ਝਗੜਿਆਂ 'ਚ ਵਤੰਡਾਵਾਦੀ ਬਣ ਕੇ ਵੀ ਪਰਮੇਸ਼ਰ ਨਹੀਂ ਪਾਇਆ ਜਾ ਸਕਦਾ। ਅਤੇ ਜਿਹੜਾ ਹੋਰਨਾਂ ਮਤਾਂ ਦੇ ਨਾਲ ਵਿਰੋਧ ਕਰਨਾ, ਈਰਖਾ ਕਰਨੀ, ਵੈਰ ਕਮਾਉਣਾ, ਉਹਨਾਂ ਦਾ ਵਿਰੋਧ ਕਰਨਾ ਹੈ, ਨਿੰਦਾ ਕਰਨੀ ਹੈ, ਇੰਜ ਵਿਰੋਧ ਦੇ ਵਿੱਚ ਕਰਕੇ ਵੀ ਪਰਮੇਸ਼ਰ ਨਹੀਂ ਪਾਇਆ ਜਾ ਸਕਦਾ। ਵਾਦ ਵਿਰੋਧ ਛੱਡਣਾ ਪਏਗਾ। ਮਨ ਤਨ ਫੀਕਾ ਦੂਜੇ ਪਾਏ। ਜੇ ਇੰਝ ਹੀ ਕਰਦਿਆਂ ਮਰ ਗਏ, ਵਾਦੀ ਝਗੜਾਲੂ ਬਣ ਕੇ ਅਤੇ ਵਿਰੋਧ ਕਰਦੇ ਹੋਏ ਮਰ ਗਏ, ਤਾਂ ਮਹਾਰਾਜ ਕਹਿੰਦੇ ਨੇ ਇੰਝ ਮਨ ਵੀ ਅਤੇ ਤਨ ਵੀ ਫਿੱਕਾ ਹੋਇਆ ਰਹਿੰਦਾ। ਦੂਜੇ ਪਾਏ, ਸੰਸਾਰ ਦਾ ਹੀ ਮੋਹ ਹੈ ਸਾਰਾ ਇਹ। ਪਰਮੇਸ਼ਰ ਨੂੰ ਛੱਡ ਕੇ ਜਿਹੜਾ ਸੰਸਾਰ ਮਾਇਆ ਦਾ ਮੋਹ ਹੈ, ਦੂਜਾ ਭਾਓ, ਇਹਦੇ ਕਰਕੇ ਮਨ ਅਤੇ ਤਨ ਦੋਵੇਂ ਫਿੱਕੇ ਹੋ ਜਾਂਦੇ। ਮਨ ਵੀ ਫਿੱਕਾ ਅਤੇ ਤਨ ਵੀ ਫਿੱਕਾ। ਬੇਰਸਾ ਜੀਵਨ, ਬੇਰਸਾ ਮਨ, ਗੁਰੂ ਕੈ ਸ਼ਬਦ ਸੱਚ ਲਿਵਲਾਏ। ਜੋ ਗੁਰੂ ਦੇ ਸ਼ਬਦ ਨਾਲ ਜੁੜਦਾ ਹੈ, ਉਹ ਸ਼ਬਦ ਦੁਆਰਾ ਸੱਚ ਸਰੂਪ ਪਰਮਾਤਮਾ ਵਿੱਚ ਆਪਣੀ ਸੁਰਤ ਜੋੜ ਲੈਂਦਾ। ਪਰਮਾਤਮਾ ਦੀ ਯਾਦ ਵਿੱਚ, ਪਰਮਾਤਮਾ ਦੇ ਸਿਮਰਨ ਵਿੱਚ ਆਪਣੀ ਸੁਰਤ ਨੂੰ ਜੋੜ ਲੈਂਦਾ। ਹਉਮੈ ਮੈਲਾ ਇਹੋ ਸੰਸਾਰਾ। ਹਜ਼ੂਰ ਕਹਿੰਦੇ ਨੇ ਸੰਸਾਰ ਦਾ ਹਰ ਮਨੁੱਖ, ਇਹ ਜਿਹੜਾ ਸੰਸਾਰ ਹੈ, ਇੱਥੇ ਸਾਰਾ ਹੀ ਸੰਸਾਰ ਹਉਮੈ ਕਰਕੇ ਮੈਲਾ ਹੈ। ਸੋ ਮੈਲਾ ਬ੍ਰਹਮਾ ਮੈਲਾ ਇੰਦ, ਰਬ ਮੈਲਾ ਮੈਲਾ ਹੈ ਚੰਦ। ਮੈਲੇ ਬ੍ਰਹਮੰਡਾਏ ਕੈ ਈਸ, ਮੈਲੇ ਨਿਸਬਾਸਰ ਦਿਨ ਤੀਸ। ਮੈਲਾ ਮੋਤੀ ਮੈਲਾ ਹੀਰ, ਸੋ ਮੈਲਾ ਪਵਨ ਪਾਵਕ ਕਰ ਨੀਰ। ਮੈਲੇ ਸ਼ਿਵ ਸ਼ੰਕਰਾ ਮਹੇਸ਼। ਸੋ ਇਸ ਪ੍ਰਕਾਰ ਮੈਲੇ ਜੋਗੀ ਜਟਾ ਸੁਹੇਤ। ਸੋ ਇਸ ਪ੍ਰਕਾਰ ਸਾਰਿਆਂ ਨੂੰ ਹਜ਼ੂਰ ਨੇ ਕਿਹਾ ਮੈਲ ਨਾਲ ਹੀ ਭਰੇ ਹੋਏ ਨੇ, ਸਾਰਿਆਂ ਦੇ ਅੰਦਰ ਮੈਲ ਹੈ। ਸੋ ਨਿਤ ਤੀਰਥ ਨਹਾਵੈ ਨਾ ਜਾਏ ਅਹੰਕਾਰਾ। ਭਾਵੇਂ ਕੋਈ ਜੀਵ
ਨਿਤ ਹੀ ਤੀਰਥਾਂ 'ਤੇ ਜਾ ਕੇ ਨਹਾਉਂਦਾ ਹੈ। ਰੋਜ਼ ਰੋਜ਼ ਤੀਰਥ 'ਤੇ ਇਸ਼ਨਾਨ ਕਰੇ, ਕਦੇ ਕਿਸੇ 'ਤੇ ਕਦੇ ਕਿਸੇ 'ਤੇ ਪਾਉਂਦਾ ਫਿਰੇ, ਅਤੇ ਨਿਤ ਰੋਜ਼ ਹੀ ਤੀਰਥ 'ਤੇ ਨਹਾਉਣ ਕਰਕੇ ਵੀ ਨਾ ਜਾਏ ਹੰਕਾਰ। ਹੰਕਾਰ ਜਿਹੜਾ ਮਨ ਦੇ ਅੰਦਰ ਹੈ ਇਹ ਜਾਂਦਾ ਨਹੀਂ ਹੈ। ਬਿਨ ਗੁਰ ਭੇਟੇ ਜਮ ਕਰੇ ਖੁਆਰਾ। ਬਿਨਾਂ ਸਤਿਗੁਰੂ ਦੇ ਮਿਲਾਪ ਤੋਂ ਭੇਟਣਾ, ਮਨ ਕਰਕੇ ਸਤਿਗੁਰੂ ਨੂੰ ਮਿਲਣਾ। ਵੈਸੇ ਭੇਟ ਵਾਰਤਾ ਵੀ ਕਹਿੰਦੇ ਨੇ, ਸਤਿਗੁਰੂ ਦੇ ਤਾਂ ਹੀ ਬੇਨਤੀਆਂ ਕਰਨੀਆਂ, ਸਤਿਗੁਰੂ ਦਾ ਉਪਦੇਸ਼ ਸੁਣਨਾ। ਬਿਨਾਂ ਸਤਿਗੁਰੂ ਦੇ ਮਿਲਾਪ ਤੋਂ, ਮਾਨਸਿਕ ਤੌਰ 'ਤੇ ਮਿਲਾਪ ਹੋਣਾ ਚਾਹੀਦਾ, ਭਾਵਨਾ ਸਰ। ਸਤਿਗੁਰੂ ਦੇ ਮਿਲਾਪ ਤੋਂ ਬਗੈਰ ਹਜ਼ੂਰ ਕਹਿੰਦੇ ਨੇ ਜਮ ਕਰੇ ਖੁਆਰ। ਜਮ ਧਰਮਰਾਜ ਖੁਆਰ ਕਰੇਗਾ, ਕਰਦਾ ਹੈ, ਅੱਗੇ ਨੂੰ ਵੀ ਕਰੇਗਾ। ਜਿਹੜੇ ਸਤਿਗੁਰੂ ਦੀ ਸ਼ਰਨ ਨਹੀਂ ਆਉਂਦੇ, ਸਤਿਗੁਰੂ ਦੇ ਅਨੁਸਾਰੀ ਹੋ ਕੇ ਨਹੀਂ ਚੱਲਦੇ, ਆਪਣਾ ਤਨ ਮਨ ਧਨ ਸਤਿਗੁਰੂ ਨੂੰ ਅਰਪਣ ਕਰਕੇ ਸਤਿਗੁਰੂ ਤੋਂ ਨਾਮ ਦੀ ਦਾਤ ਨਹੀਂ ਲੈਂਦੇ, ਉਹਨਾਂ ਨੂੰ ਤਾਂ ਜਮ ਖੁਆਰ ਕਰੇਗਾ ਹੀ। ਸੋ ਜਨ ਸਾਚਾ ਜੇ ਹਉਮੈ ਮਾਰੇ। ਉਹੀ ਜਨ ਸੱਚਾ ਹੈ। ਸੱਚਾ ਤੋਂ ਮਤਲਬ ਪਰਮੇਸ਼ਰ ਸਰੂਪ ਹੈ, ਜਿਹੜਾ ਆਪਣੀ ਹੰਗਤਾ ਨੂੰ ਮਾਰ ਲੈਂਦਾ ਹੈ। ਗੁਰੂ ਦੇ ਉਪਦੇਸ਼ ਰਾਹੀਂ, ਸ਼ਬਦ ਰਾਹੀਂ, ਨਾਮ ਰਾਹੀਂ ਜਿਹੜਾ ਹਉਮੈ ਨੂੰ ਮਾਰ ਲੈਂਦਾ, ਉਹ ਜਨ ਸੇਵਕ ਸੱਚਾ ਹੋ ਜਾਂਦਾ। ਸੱਚਾ ਪਰਮੇਸ਼ਰ ਹੈ, ਯਾਨੀ ਸੱਚੇ ਦਾ ਰੂਪ ਬਣ ਜਾਂਦਾ ਹੈ। ਗੁਰ ਕੈ ਸ਼ਬਦ ਪੰਚ ਸੰਘਾਰੈ। ਕਿਉਂ ਜੀ ਰੱਬ ਦਾ ਰੂਪ ਬਣ ਜਾਂਦਾ? ਹਜ਼ੂਰ ਕਹਿੰਦੇ ਨੇ ਗੁਰੂ ਦੇ ਸ਼ਬਦ ਉਪਦੇਸ਼ ਰਾਹੀਂ, ਗੁਰੂ ਦੇ ਮੰਤਰ ਰਾਹੀਂ ਜਿਹੜੇ ਪੰਜ ਹਨ, ਕਾਮ, ਕ੍ਰੋਧ, ਮੋਹ, ਲੋਭ, ਹੰਕਾਰ, ਇਹਨਾਂ ਪੰਜਾਂ ਨੂੰ ਸੰਘਾਰ ਲੈਂਦਾ, ਨਾਸ ਕਰ ਲੈਂਦਾ, ਬਰਬਾਦ ਕਰ ਦਿੰਦਾ, ਟੁਕੜੇ ਟੁਕੜੇ ਕਰ ਦਿੰਦਾ। ਇੰਝ ਜੰਗ ਕਰਦਾ ਇਹਨਾਂ ਵਿਕਾਰਾਂ ਨਾਲ ਗੁਰੂ ਦੇ ਸ਼ਬਦ ਰਾਹੀਂ। ਦਿਨ ਰਾਤ ਭਗਤੀ ਦੀ ਤਲਵਾਰ, ਗਿਆਨ ਦਾ ਖੰਡਾ, ਨਿਮਰਤਾ ਦੀ ਢਾਲ ਪਕੜ ਕੇ ਦਿਨੇ ਰਾਤ ਜੰਗ ਕਰਕੇ ਇਹਨਾਂ ਨੂੰ ਨਾਸ ਕਰ ਲੈਂਦਾ। ਉਹਦੀ ਹਉਮੈ ਮਰੀ ਹੁੰਦੀ ਹੈ ਅਤੇ ਉਹ ਪਰਮੇਸ਼ਰ ਸਰੂਪ ਹੀ ਹੈ। ਬਿਨ ਗੁਰ ਆਪ ਤਰੈ ਸਗਲੇ ਕੁਲ ਤਾਰੈ। ਜਿਹੜਾ ਐਸਾ ਗੁਰਮੁਖ ਹੈ, ਪੰਜਾਂ ਨੂੰ ਮਾਰਨ ਵਾਲਾ, ਆਪ ਤਾਂ ਤਰਦਾ ਹੀ ਹੈ ਸੰਸਾਰ ਤੋਂ। ਸਗਲੇ ਕੁਲ ਤਾਰੈ, ਆਪਣੇ ਸਾਰੇ ਕੁਲਾਂ ਨੂੰ ਵੀ ਸੰਸਾਰ ਸਮੁੰਦਰ ਤੋਂ, ਆਪਣੀਆਂ ਪੀੜ੍ਹੀਆਂ ਨੂੰ, ਖਾਨਦਾਨ ਨੂੰ ਤਾਰ ਲੈਂਦਾ ਹੈ। ਮਾਇਆ ਮੋਹ ਨਟ ਬਾਜੀ ਪਾਈ। ਜਿਸ ਵੇਲੇ ਕੋਈ ਨਟ, ਬਾਜ਼ੀਆਂ ਪਾਉਣ ਵਾਲਾ, ਤਮਾਸ਼ਾ ਲਾਉਣ ਵਾਲਾ ਬਾਜ਼ੀਗਰ ਆਉਂਦਾ ਅਤੇ ਉਹ ਬਾਜੀ ਪਾਉਂਦਾ, ਅਤੇ ਸੁਣ ਕੇ ਕਿ ਬਾਜੀਗਰ ਆਇਆ ਅਤੇ ਲੋਕ ਭੱਜੇ ਆਉਂਦੇ ਨੇ ਤਮਾਸ਼ਾ ਵੇਖਣ ਲਈ। ਕਬੀਰ ਜੀ ਨੇ ਵੀ ਕਿਹਾ ਸੇ ਕਿ ਬਾਜੀਗਰ ਸੁਆਂਗ ਸਕੇਲਾ, ਆਪਣਾ ਰੰਗ ਰਵੈ ਅਕੇਲਾ। ਸੋ ਇਸ ਪ੍ਰਕਾਰ ਹਜ਼ੂਰ ਗੁਰੂ ਅਰਜਨ ਦੇਵ ਜੀ ਨੇ ਕਿਹਾ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਸੋ ਇਸ ਪ੍ਰਕਾਰ ਜਦੋਂ ਬਾਜੀਗਰ ਬਾਜੀ ਪਾਈ ਤਾਂ ਕਬੀਰ ਜੀ ਕਹਿੰਦੇ ਸਭ ਖਲਕ ਤਮਾਸ਼ੇ ਆਈ। ਸਾਰੀ ਖਲਕ ਤਮਾਸ਼ਾ ਵੇਖਣ ਵਾਸਤੇ ਆ ਜਾਂਦੀ। ਇੱਥੇ ਵਾਹਿਗੁਰੂ ਨੂੰ ਨਟ ਕਿਹਾ ਹੈ। ਬਾਜੀਗਰ, ਬਾਜੀ ਪਾਉਣ ਵਾਲਾ, ਨਟ ਤਮਾਸ਼ਾ ਖੇਡਣ ਵਾਲਾ ਪਰਮੇਸ਼ਰ। ਆਹ ਸੰਸਾਰ ਰੂਪੀ ਤਮਾਸ਼ਾ ਜਾਂ ਬਾਜੀ ਜਾਂ ਖੇਲ ਇਹ ਪਰਮਾਤਮਾ ਨੇ ਪਾਈ ਹੈ। ਸੋ ਇਸ ਪ੍ਰਕਾਰ ਇਹ ਮਾਇਆ ਦਾ ਮੋਹ ਜਿਹੜਾ ਪਸਾਰਿਆ ਹੈ, ਇਹ ਉਸ ਨਟ ਬਾਜੀਗਰ ਪਰਮਾਤਮਾ ਨੇ ਇੱਕ ਬਾਜੀ, ਇਹ ਤਮਾਸ਼ਾ ਖਿਲਾਰਿਆ ਹੈ। ਮਨਮੁਖ ਅੰਧ ਰਹੇ ਲਵਟਾਈ। ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਹਨ, ਉਹ ਹਨ ਅੰਦਰੋਂ ਅੰਨੇ। ਅੰਦਰੋਂ ਅੰਨਾ, ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ। ਸੋ ਇਸ ਪ੍ਰਕਾਰ ਮਨ ਦੇ ਪਿੱਛੇ ਲੱਗਣ ਵਾਲਾ ਵਿਅਕਤੀ, ਜਿੰਨੇ ਵੀ ਵਿਅਕਤੀ ਹਨ, ਉਹ ਅੰਧੇ ਹਨ। ਅੰਧਤਾਈ ਕਰਕੇ ਰਹੇ ਲਪਟਾਈ। ਇਸ ਬਾਜੀ ਵਿੱਚ, ਇਸ ਤਮਾਸ਼ੇ ਵਿੱਚ ਹੀ ਫਸ ਗਏ। ਬਾਜੀਗਰ ਨੂੰ, ਨਟ ਨੂੰ, ਬਾਜੀ ਪਾਉਣ ਵਾਲੇ ਨੂੰ, ਜਿਹੜਾ ਪਿੱਛੇ ਸ਼ਕਤੀ ਵਰਤ ਰਹੀ ਹੈ ਸੰਸਾਰ ਰਚਣ ਵਾਲੀ, ਉਹਨੂੰ ਨਹੀਂ ਜਾਣਿਆ ਅਤੇ ਉਸ ਦੇ ਪਸਾਰੇ ਹੋਏ ਇਸ ਪਸਾਰੇ ਵਿੱਚ ਹੀ ਲੰਪਟ ਹੋ ਗਏ। ਗੁਰਮੁਖ ਅਲਿਪਤ ਰਹੇ ਲਿਵ ਲਾਈ। ਜੋ ਗੁਰੂ ਦੇ ਉਪਦੇਸ਼ ਅਨੁਸਾਰ ਚੱਲੇ ਨਾ ਗੁਰਮੁਖ, ਉਹ ਪਰਮਾਤਮਾ ਵਿੱਚ ਆਪਣੀ ਉਹਨਾਂ ਲਿਵ ਲਾਈ ਹੋਈ ਹੈ ਅਤੇ ਉਹ ਇਸ ਤਮਾਸ਼ੇ ਦੇ ਵਿੱਚ ਰਹਿੰਦੇ ਅਲਿਪਤ ਰਹੇ। ਲਿਪਤ ਹੁੰਦਾ ਲੰਪਟ ਹੋਣਾ, ਲਿਬੜ ਜਾਣਾ, ਵਿੱਚ ਤਦਾਕਾਰ ਹੋਣਾ। ਅਲਿਪਤ ਨਿਰਲੇਪ, ਅਲਿਪਤ ਲਿਬੜਨ ਤੋਂ ਬਗੈਰ, ਅਲਿਪਤ ਰਹੇ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਸੋ ਇਸ ਪ੍ਰਕਾਰ ਇੰਝ ਦਾ ਉਹਨਾਂ ਦਾ ਜੀਵਨ ਹੈ। ਜਿਹੜੇ ਵਾਹਿਗੁਰੂ ਵਿੱਚ ਲਿਵ ਲਾਈ ਹੋਈ ਹੈ ਗੁਰੂਆਂ ਦੇ ਉਪਦੇਸ਼ ਰਾਹੀਂ, ਉਹ ਅਲਿਪਤ ਰਹੇ, ਰਹਿੰਦੇ ਸੰਸਾਰ ਵਿੱਚ ਦਿਸਣਗੇ ਪਰ ਉਹ ਲਿਬੜਦੇ ਨਹੀਂ। ਹਜ਼ੂਰ ਕਹਿੰਦੇ ਨੇ ਬਹੁਤੇ ਭੇਖ ਕਰੈ ਭੇਖ ਧਾਰੀ। ਜਿਹੜਾ ਭੇਖ ਧਾਰੀ ਬਣਿਆ ਹੋਇਆ,
ਭੇਖ ਲਿਬਾਸ ਸੰਤਾਂ ਵਾਲਾ ਬਣਾਇਆ, ਸਾਧੂਆਂ ਵਾਲਾ ਧਾਰਮਿਕ ਲਿਬਾਸ, ਬੜੇ ਬੜੇ ਭੇਖ ਧਾਰਨ ਕਰਦਾ। ਜਿਵੇਂ ਸੱਜਣ ਠੱਗ ਸੀ, ਨਾਮ ਦਾ ਸੱਜਣ ਸੀ, ਅਤੇ ਚਿੱਟਾ ਲਿਬਾਸ ਪਾ ਕੇ ਰੱਖਦਾ ਸੀ। ਇੱਕ ਪਾਸੇ ਮੰਦਰ ਬਣਾਇਆ ਹੋਇਆ, ਇੱਕ ਪਾਸੇ ਉਹਨੇ ਮਸੀਤ ਵੀ ਬਣਾਈ ਹੋਈ ਸੀ। ਅਤੇ ਵੇਖ ਕੇ ਲੋਕਾਂ ਦੀ ਨਜ਼ਰ ਭੁਲੇਖਾ ਖਾ ਜਾਂਦੀ ਸੀ ਵੀ ਇਹ ਤਾਂ ਮਹਾਤਮਾ ਹੈ, ਪਰਉਪਕਾਰ ਕਰ ਰਿਹਾ। ਪਰ ਜਦੋਂ ਬੰਦਾ ਅੰਦਰ ਜਾਂਦਾ ਸੀ, ਉਹਦੇ ਆਦਮੀ ਰੱਖੇ ਹੋਏ ਸੀ, ਉਹ ਮਾਰ ਦਿੰਦੇ ਸੀ। ਜੋ ਕੁਝ ਸੀ ਲੁੱਟ ਲੈਣਾ ਅਤੇ ਬੰਦਾ ਮਾਰ ਦੇਣਾ। ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਸਮੱਤ ਦੇਣ ਲਈ ਉੱਥੇ ਸ਼ਬਦ ਉਚਾਰਨ ਕੀਤਾ, ਉਜਲ ਕਹਿਹਾਂ ਚਿਲਕਣਾ ਘੂਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ। ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚੱਲਣ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਢੱਠੀਆਂ ਕੰਮ ਨਾ ਆਵਨੀ ਵਿੱਚੋਂ ਸੱਖਣੀ। ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਅਨ। ਮਹਾਰਾਜ ਕਹਿੰਦੇ ਜਿਹੜੇ ਇਹੋ ਜਿਹੇ ਜੀ ਬਗਲਿਆਂ ਵਰਗੇ, ਉਹਨਾਂ ਨੂੰ ਹੰਸ ਨਹੀਂ ਕਿਹਾ ਜਾ ਸਕਦਾ, ਅਤੇ ਜਿਹੜੇ ਤੂੰ ਕਰਮ ਕਰਦਾ ਬਗਲਿਆਂ ਵਾਲੇ ਨੇ। ਕਹੇ ਦਾ ਭਾਂਡਾ ਬੜਾ ਉਜਲਾ ਚਮਕ ਦਮਕ ਵਾਲਾ ਬਾਹਰੋਂ ਹੁੰਦਾ, ਪਰ ਜਿੰਨਾ ਉਹਨੂੰ ਰਗੜੀਏ ਧੋਈਏ ਵਿੱਚੋਂ ਕਾਲਖ ਨਿਕਲਦੀ ਹੈ। ਸੋ ਕਾਲੀ ਮੱਸ ਹੀ ਨਿਕਲਦੀ ਹੈ। ਜਿਹੜਾ ਚੀਜ਼ ਵਿੱਚ ਪਾ ਦੀਏ ਉਹਨੂੰ ਖਰਾਬ ਕਰ ਦਿੰਦਾ। ਉਹ ਕਹਿੰਦਾ ਭਾਂਡਾ ਦਹੀਂ ਆਦਿ ਕਰਕੇ ਉਹਨੂੰ ਖਰਾਬ ਕਰ ਦਿੰਦਾ ਖੁਰਾਕ ਨੂੰ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਬਹੁਤੇ ਭੇਖ ਕਰਾ ਭੇਖ ਧਾਰੀ। ਜੋ ਭੇਖ ਧਾਰੀ ਵਿਅਕਤੀ ਹੈ, ਬੜੇ ਬੜੇ ਵੱਖਰੇ ਲਿਬਾਸ ਧਾਰਨ ਕਰਦਾ ਹੈ ਦੁਨੀਆ ਨੂੰ ਵਿਖਾਉਣ ਲਈ ਵੀ ਮੈਂ ਸੰਤ ਹਾਂ। ਅੰਤਰ ਤ੍ਰਿਸ਼ਨਾ ਫਿਰੈ ਅਹੰਕਾਰੀ। ਉਹਦੇ ਅੰਦਰ ਹੈ ਵਿਕਾਰਾਂ ਦੀ ਤ੍ਰਿਸ਼ਨਾ, ਪਦਾਰਥਾਂ ਦੀ ਤ੍ਰਿਸ਼ਨਾ, ਅਤੇ ਹੰਕਾਰੀ ਹੋਇਆ ਫਿਰਦਾ, ਲਿਬਾਸ ਧਾਰ ਕੇ ਸੰਤ ਬਣ ਬੈਠਾ ਆਪਣੇ ਆਪ 'ਚ, ਪਰ ਅੰਦਰ ਦੀ ਤ੍ਰਿਸ਼ਨਾ ਮਰੀ ਨਹੀਂ, ਵਿਚਾਰਿਆ ਹੀ ਨਹੀਂ ਕਦੇ ਮਨ ਦੀ ਪੱਤਰੀ ਨੂੰ। ਆਪ ਨਾ ਚੀਨ੍ਹੈ ਬਾਜੀ ਹਾਰੀ। ਜਿਹੜਾ ਆਪਣੇ ਆਪ ਨੂੰ ਨਹੀਂ ਪਛਾਣਦਾ, ਜਾਣਦਾ, ਆਪਣੀ ਆਤਮਾ ਨੂੰ ਨਹੀਂ ਜਿਸ ਨੇ ਪ੍ਰਾਪਤ ਕੀਤਾ, ਉਹ ਬਾਜੀ ਹਾਰ ਕੇ ਜਾਏਗਾ। ਜਿਹੜੀ ਜੀਵਨ ਦੀ ਬਾਜੀ ਹੈ, ਵਿਸ਼ੇ ਵਿਕਾਰਾਂ ਦੇ ਜੂਏ ਵਿੱਚ ਬਾਜੀ ਹਾਰ ਦਿੱਤੀ ਉਹਨੇ, ਜੀਵਨ ਸਮਾਪਤ ਹੋ ਗਿਆ। ਕਾਪੜ ਪਹਿਰ ਕਰੇ ਚਤੁਰਾਈ। ਕੇਵਲ ਕੱਪੜੇ ਹੀ ਸਾਧੂਆਂ ਸੰਤਾਂ ਵਾਲੇ ਵੱਖਰੇ ਵੱਖਰੇ ਢੰਗ ਦੇ ਪਹਿਰ ਕੇ, ਅਤੇ ਮਨ 'ਚ ਰੱਖਦਾ ਬੜੀ ਚਤੁਰਾਈ। ਮਾਇਆ ਮੋਹ ਅਤ ਭਰਮ ਭੁਲਾਈ। ਮਾਇਆ ਦੇ ਮੋਹ ਵਿੱਚ ਗਲਤਾਨ ਹੈ, ਅਤਸ਼ੈ ਕਰਕੇ ਅਤਿਅੰਤ ਹੀ ਭਰਮ ਭਟਕਣਾ 'ਚ ਪਿਆ ਹੋਇਆ। ਇਸ ਭਟਕਣਾ ਨੇ ਉਸ ਨੂੰ ਕੁਰਾਹੇ ਪਾ ਦਿੱਤਾ। ਮਨ ਦੀ ਭਟਕਣਾ 'ਚ, ਮਾਇਆ ਦੇ ਮੋਹ ਵਿੱਚ ਅਤਿਅੰਤ ਗਲਤਾਨ ਹੈ, ਅਤੇ ਭਟਕਣਾ ਕਰਕੇ ਭੁੱਲ ਗਿਆ ਵਾਹਿਗੁਰੂ ਦੇ ਰਸਤੇ ਨੂੰ, ਅਸਲ ਜੀਵਨ ਦੇ ਰਾਹ ਤੋਂ ਭੁੱਲ ਕੇ ਕੁਰਾਹੇ ਪੈ ਗਿਆ। ਬਿਨ ਗੁਰ ਸੇਵੇ ਬਹੁਤ ਦੁੱਖ ਪਾਈ। ਬਿਨਾਂ ਸੱਚੇ ਗੁਰਾਂ ਦੀ ਸੇਵਾ ਸਿਮਰਨ ਭਗਤੀ ਤੋਂ ਬਗੈਰ, ਟਹਿਲ ਤੋਂ ਬਗੈਰ, ਉਪਦੇਸ਼ ਤੋਂ ਬਗੈਰ ਬਹੁਤ ਜ਼ਿਆਦਾ ਉਹ ਦੁੱਖ ਪਾਉਂਦਾ ਹੈ, ਦੁੱਖ ਪਾਵੇਗਾ। ਨਾਮ ਰਤੇ ਸਦਾ ਬੈਰਾਗੀ। ਜਿਹੜੇ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੱਤੇ ਹੋਏ ਨੇ, ਉਹ ਸਦਾ ਹੀ ਸੰਸਾਰ ਵੱਲੋਂ ਬੈਰਾਗੀ ਹਨ। ਬੈਰਾਗੀ ਬੈ ਰਹਿਤ ਹਨ ਰਾਗ ਮੋਹ ਤੋਂ। ਮੋਹ ਤੋਂ ਰਹਿਤ ਹੋਣਾ ਇਹ ਹੈ ਬੈਰਾਗ, ਅਤੇ ਉਹ ਬੈਰਾਗੀ ਭਾਵ ਕਿ ਸੰਸਾਰ ਦੇ ਮੋਹ ਤੋਂ ਰਹਿਤ ਹਨ। ਗ੍ਰਹਿ ਅੰਤਰ ਸਾਚ ਲਿਵ ਲਾਗੀ। ਭਾਈ ਗੁਰਦਾਸ ਨੇ ਕਿਹਾ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਗ੍ਰਹਿ ਅੰਤਰ, ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ ਸੱਚ ਸਰੂਪ ਪਰਮੇਸ਼ਰ ਵਿੱਚ ਉਹਨਾਂ ਦੀ ਲਿਵ ਲੱਗੀ। ਸੁਰਤ ਜਿਹੜੀ ਤਾਰੀ ਹੋ ਕੇ ਪਰਮੇਸ਼ਰ ਵਿੱਚ ਜੁੜੀ ਹੋਈ ਹੈ, ਤੇਲ ਦੀ ਧਾਰਾਵਤ ਸੁਰਤੀ ਦਾ ਪ੍ਰਵਾਹ ਪਰਮਾਤਮਾ ਵਿੱਚ ਲੱਗਾ ਹੁੰਦਾ। ਨਾਨਕ ਸਤਿਗੁਰ ਸੇਵਹਿ ਸੇ ਵਡ ਭਾਗੀ। ਹਜ਼ੂਰ ਗੁਰੂ ਅਮਰਦਾਸ ਦਾਤਾ ਜੀ ਫਰਮਾਉਂਦੇ ਨੇ ਕਿ ਜਿਹੜੇ ਸੱਚੇ ਗੁਰਾਂ ਨੂੰ ਸੇਵਦੇ ਹਨ, ਗੁਰਾਂ ਦੀ ਟਹਿਲ ਸੇਵਾ ਕਮਾਉਂਦੇ ਹਨ, ਸਤਿਗੁਰੂ ਦੇ ਅਨੁਸਾਰੀ ਹੋ ਕੇ ਵਾਹਿਗੁਰੂ ਦੀ ਬੰਦਗੀ ਕਰਦੇ ਹਨ, ਸੇ ਵਡ ਭਾਗੀ। ਸੇ ਬਹੁ ਵਚਨ ਹੈ ਭਾਈ, ਉਹ ਵਡ ਭਾਗੀ ਹਨ, ਵੱਡਿਆਂ ਭਾਗਾਂ ਵਾਲੇ ਹਨ, ਉਹਨਾਂ ਦੇ ਭਾਗ ਸੁਵੱਲੇ ਹਨ। ਗੌੜੀ ਮਹੱਲਾ ਤੀਜਾ। ਗੌੜੀ ਰਾਗਣੀ ਅੰਦਰ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਬਚਨ ਫਰਮਾ ਰਹੇ ਨੇ, ਬ੍ਰਹਮਾ ਮੂਲ ਵੇਦ ਅਭਿਆਸਾ। ਜਿਹੜਾ ਵੇਦਾਂ ਦਾ ਅਭਿਆਸ ਲੋਕ ਕਰਦੇ ਨੇ ਨਾ, ਵੇਦਾਂ ਦੇ ਅਭਿਆਸ ਦਾ ਮੂਲ ਮੁੱਢ ਜਿਹੜਾ ਇਹ ਬ੍ਰਹਮਾ ਹੀ ਮੰਨਿਆ ਗਿਆ ਨਾ। ਬ੍ਰਹਮਾ ਨੇ 4 ਵਾਗ ਉਚਾਰੇ ਸਨ, ਅਤੇ ਬਿਆਸ ਜੀ ਨੇ ਖੁਲਾਸਾ ਕਰਦਿਆਂ ਹੋਇਆਂ 4 ਵੇਦ ਬਣਾ ਦਿੱਤੇ। ਇੰਝ ਗ੍ਰੰਥਾਂ 'ਚ ਲਿਖਿਆ ਹੋਇਆ, ਤਿਸ ਤੇ ਉਪਜੇ ਦੇਵ ਮੋਹ ਪਿਆਸਾ। ਉਸ ਬ੍ਰਹਮਾ ਤੋਂ ਉਪਜੇ ਪੈਦਾ ਹੋਏ ਦੇਵਤੇ, ਉਹਨਾਂ ਨੂੰ ਵੀ
ਮੋਹ ਹੈ ਤੇ ਪਿਆਸ ਹੈ, ਤ੍ਰਿਸ਼ਨਾ ਹੈ ਜਾਨੀ। ਸੋ ਇਸ ਪ੍ਰਕਾਰ ਬ੍ਰਹਮਾ ਤੋਂ ਕਿਵੇਂ ਪੈਦਾ ਹੋਏ? ਬ੍ਰਹਮਾ ਤੋਂ ਪੈਦਾ ਹੋਏ ਜਾਂ ਇੰਝ ਕਹਿ ਲਓ ਵੀ ਜਿਹੜੇ ਵੇਦ ਹਨ ਉਹਨਾਂ ਦਾ ਅਭਿਆਸ ਕਰਕੇ, ਅਭਿਆਸ ਤੋਂ ਮਤਲਬ ਪੜ੍ਹ ਪੜ੍ਹ ਕੇ ਜਿਹੜੇ ਉਹਨਾਂ 'ਚ ਕਰਮ ਲਿਖੇ ਹੋਏ ਨੇ ਉਹ ਕਰਕੇ, ਚੰਗੇ ਕਰਮ, ਦਾਨ ਪੁੰਨ ਆਦਿਕ, ਅਤੇ ਫਿਰ ਹੀ ਸੁਰਗ ਵਿੱਚ ਵਾਸਾ ਆਇਆ ਅਤੇ ਉਹਨਾਂ ਨੂੰ ਸੁਰਗ ਦੇ ਦੇਵਤੇ ਕਿਹਾ ਗਿਆ। ਯਾਨੀ ਚੰਗੇ ਮਨੁੱਖਾਂ ਦਾ ਨਾਮ ਦੇਵ ਹੈ। ਸੋ ਇਸ ਪ੍ਰਕਾਰ ਜੇ ਚੰਗੇ ਸਤੋ ਗੁਣੀ ਹੋਏ ਵੇਦਾਂ ਦੁਆਰਾ, ਵੇਦਾਂ ਦੇ ਅਨੁਸਾਰ ਚੱਲ ਕੇ, ਪਰ ਫਿਰ ਵੀ ਮੋਹ ਅਤੇ ਪਿਆਸ ਤਾਂ ਨਹੀਂ ਮਿਟੀ ਉਹਨਾਂ ਦੀ। ਉਹ ਉਪਜੇ ਦੇਵਤੇ ਬਣੇ, ਪੈਦਾ ਹੋਏ, ਪਰ ਮੋਹ ਸਰੀਰਾਂ ਨਾਲ ਲਗਾਓ ਅਤੇ ਪਿਆਸਾ ਵਿਕਾਰਾਂ ਦੀ ਤ੍ਰਿਸ਼ਨਾ ਆਦਿਕ ਪਿਆਸ ਅੰਦਰ ਰਹੀ। ਤ੍ਰੈ ਗੁਣ ਭਰਮੇ ਨਾਹੀ ਨਿਜ ਘਰ ਵਾਸਾ। ਇਹ ਸਨਾਤਨ ਮਤ ਦੇ ਗ੍ਰੰਥਾਂ ਵਿੱਚ ਵੀ ਦੇਵਤਿਆਂ ਬਾਰੇ ਇਹੋ ਕੁਛ ਲਿਖਿਆ ਹੋਇਆ। ਜਿਵੇਂ ਆਪਾਂ ਇੰਦਰ ਦਾ ਇਤਿਹਾਸ ਪੜ੍ਹ ਲਈਏ, ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚਿੰਨ ਭਗ ਹੋਏ ਤਾ ਮਨ ਪਛੋਤਾਇਆ। ਹੋਰ ਵੀ ਬਹੁਤ ਕਹਾਣੀਆਂ ਜੋ ਬਚਨ ਲਿਖੇ ਹੋਏ ਨੇ ਸਨਾਤਨੀ ਮਤ ਦੇ ਗ੍ਰੰਥਾਂ ਵਿੱਚ, ਉਹ ਇਹੀ ਸਿੱਧ ਹੁੰਦਾ। ਇੰਝ ਵੀ ਕਿਹਾ ਜਾਂਦਾ ਵੀ ਮਾਤ ਲੋਕ 'ਤੇ ਜਿਹਦੇ ਬਹੁਤ ਜ਼ਿਆਦਾ ਪੁੰਨ ਹੋਣ ਉਹ ਦੇਵਪੁਰੀ ਜਾਂਦਾ, ਸੁਰਗਪੁਰੀ ਜਾਂਦਾ। ਜਿਹੜਾ ਸਭ ਤੋਂ ਵੱਡਾ ਪੁੰਨੀ ਹੈ ਉਹ ਸੁਰਗ ਦਾ ਰਾਜਾ ਇੰਦਰ ਬਣਦਾ। ਪਰ ਜਿੰਨੇ ਵੀ ਉਹ ਦੇਵਤੇ ਹਨ ਉਹਨਾਂ ਦੇ ਗਲਾਂ 'ਚ ਇੱਕ ਫੁੱਲਾਂ ਦੀ ਮਾਲਾ ਪਾਈ ਜਾਂਦੀ। ਜਿਵੇਂ ਜਿਵੇਂ ਪੁੰਨ ਘਟਦੇ ਜਾਂਦੇ, ਫੁੱਲ ਸੁੱਕਦੇ ਜਾਂਦੇ ਨੇ, ਫਿਰ ਚਿੰਤਾ 'ਚ ਪਏ ਰਹਿੰਦੇ ਨੇ ਵੀ ਜਦੋਂ ਸਾਰੇ ਪੁੰਨ ਮਿਟ ਗਏ, ਅਸੀਂ ਭੋਗ ਲਏ, ਫਿਰ ਮਾਤ ਲੋਕ 'ਤੇ 84 ਦੇ ਗੇੜੇ 'ਚ ਪੈ ਜਾਣਾ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਤ੍ਰੈ ਗੁਣ ਭਰਮੇ, ਜਿਹੜੇ ਤਿੰਨ ਗੁਣ ਹਨ, ਤਿੰਨ ਸੁਭਾਅ ਹਨ ਮਾਇਆ ਦੇ, ਤਮੋ ਗੁਣ, ਰਜੋ ਗੁਣ, ਸਤੋ ਗੁਣ। ਇਹਨਾਂ ਤਿੰਨਾਂ ਗੁਣਾਂ 'ਚ ਪਏ ਭਰਮੇ ਭਟਕਦੇ ਰਹੇ, ਨਾ ਹੀ ਨਿਜ ਘਰ ਵਾਸਾ। ਜਿਹੜਾ ਆਪਣਾ ਨਿਜ ਘਰ ਹੈ, ਸਰੂਪ ਦਾ ਗਿਆਨ, ਉਹਦੇ ਵਿੱਚ ਉਹਨਾਂ ਦਾ ਵਾਸਾ ਨਹੀਂ ਹੋਇਆ। ਆਤਮ ਸਰੂਪ ਦਾ ਜੋ ਗਿਆਨ ਹੈ ਉਹਦੇ ਵਿੱਚ ਉਹਨਾਂ ਦਾ ਵਾਸਾ ਨਹੀਂ ਪ੍ਰਾਪਤ ਉਹਨਾਂ ਨੂੰ ਹੋਇਆ। ਹਮ ਹਰ ਰਾਖੇ ਸਤਿਗੁਰੂ ਮਿਲਾਇਆ। ਕਹਿੰਦੇ ਸਾਨੂੰ ਭਾਈ ਹਰੀ ਪਰਮਾਤਮਾ ਨੇ ਰੱਖ ਲਿਆ ਕਿਉਂਕਿ ਸਾਨੂੰ ਸਤਿਗੁਰੂ ਦੇ ਨਾਲ ਮਿਲਾ ਦਿੱਤਾ। ਆਨੰਦਨ ਭਗਤ ਹਰ ਨਾਮ ਦ੍ਰਿੜਾਇਆ। ਸਾਡੇ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਕਿ ਰਾਤ ਦਿਨ ਵਾਹਿਗੁਰੂ ਦੀ ਭਗਤੀ ਕਰੋ, ਅਤੇ ਭਗਤੀ ਕਰਨ ਲਈ ਹਰੀ ਅਕਾਲ ਪੁਰਖ ਦਾ ਨਾਮ ਹੀ ਸਾਨੂੰ ਸਤਿਗੁਰਾਂ ਨੇ ਦ੍ਰਿੜ ਕਰਾਇਆ ਹੈ। ਰਹਾਓ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ। ਬ੍ਰਹਮ ਤੇ ਵਿਸ਼ਰਾਮ, ਜਿਹੜੀ ਬ੍ਰਹਮਾ ਦੀ ਬਾਣੀ ਹੈ, ਚਾਰੇ ਵੇਦ ਆਦਿਕ, ਇਹ ਤਿੰਨਾਂ ਗੁਣਾਂ ਵਾਲੀ ਬਾਣੀ ਹੈ। ਤਮੋ ਗੁਣ, ਸਤੋ ਗੁਣ, ਰਜੋ ਗੁਣ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ। ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ, ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ। ਸੋ ਇਸ ਪ੍ਰਕਾਰ ਇਹ ਤਿੰਨਾਂ ਗੁਣਾਂ ਦਾ ਜ਼ਿਕਰ ਹੈ ਵੇਦਾਂ ਵਿੱਚ। ਤਮੋ ਗੁਣ ਦਾ ਕੀ ਫਲ ਹੈ, ਰਜੋ ਗੁਣ ਕਿਆ ਦਾ ਕੀ ਫਲ ਹੈ, ਸਤੋ ਗੁਣੀ ਬਣ ਜਾਓ ਆਹ ਫਲ ਹੈ। ਸੋ ਇਸ ਪ੍ਰਕਾਰ ਦੇ ਦੇ ਲੈਣਾ, ਲੈ ਲੈ ਦੇਣਾ, ਨਰਕ ਸੁਰਗ ਅਵਤਾਰ, ਇਹੀ ਕੁਛ ਉਹਨਾਂ ਗ੍ਰੰਥਾਂ 'ਚ ਲਿਖਿਆ ਹੋਇਆ। ਤਾਂ ਮਹਾਰਾਜ ਕਹਿੰਦੇ ਤਿੰਨ ਗੁਣ ਹੀ ਕਥਨ ਕੀਤੇ ਗਏ ਨੇ ਜੋ ਬ੍ਰਹਮਾ ਦੀ ਬਾਣੀ ਹੈ, ਅਤੇ ਇਹ ਤਿੰਨੇ ਗੁਣ ਜੀਵ ਵਾਸਤੇ ਜੰਜਾਲਾ, ਜੰਜਾਲ ਰੂਪ ਨੇ, ਫਸੌਤੀ ਰੂਪ ਹਨ। ਬੜਵਾਦ ਵਖਾਣ ਸਿਰ ਮਾਰੇ ਜਮਕਲ। ਇਹਨਾਂ ਤਿੰਨਾਂ ਗੁਣਾਂ ਵਾਲੀ ਬਾਣੀ ਬ੍ਰਹਮਾ ਦੇ ਵੇਦਾਂ ਨੂੰ ਪੜ੍ਹ ਪੜ੍ਹ ਕੇ ਲੋਕ ਜਿਹੜੇ ਪੰਡਤ ਨੇ ਵਾਦ ਵਖਾਣਾ, ਵਾਦ ਚਰਚਾ, ਵਖਾਣਾ ਕਥਨ ਕਰਦੇ ਹਨ, ਚਰਚਾ ਹੀ ਕਰੀ ਜਾਂਦੇ ਇੱਕ ਦੂਜੇ ਨਾਲ, ਇੱਕ ਦੂਜੇ ਨੂੰ ਹਰਾਉਣ ਵਾਸਤੇ। ਸਿਰ ਮਾਰੇ ਜਮਕਾਲਾ, ਅਤੇ ਜਿਹੜਾ ਜਮਕਾਲ ਹੈ ਨਾ, ਆਤਮਿਕ ਮੌਤ ਹੈ, ਸਿਰੋਂ ਸੱਟ ਮਾਰਦੀ ਹੈ। ਜਾਂ ਧਰਮਰਾਜ ਜਿਹੜੀ ਮੌਤ ਹੈ, ਅਤੇ ਧਰਮਰਾਜ ਦਾ ਦੂਤ ਹੈ ਜਮ, ਜਮ ਨੂੰ ਵੀ ਜਮਕਾਲ ਗਿਆ। ਉਹ ਜਮਕਾਲ ਜਿਹੜਾ ਸਿਰ ਤੋਂ ਮਾਰਦਾ, ਸਿਰੋਂ ਫੜ ਕੇ ਮਾਰਦਾ, ਜਾਂ ਸਿਰ ਵਿੱਚ ਸੱਟ ਮਾਰਦਾ, ਪਕੜ ਲੈਂਦਾ ਹੈ। ਤਤ ਨ ਚਿੰਨ੍ਹ ਬੰਨ੍ਹੈ ਪੰਡ ਪਰਾਲਾ, ਜਿਹੜੇ ਇਉਂ ਤਿੰਨਾਂ ਗੁਣਾਂ 'ਚ ਭਰਮਣ ਵਾਲੇ ਹਨ, ਵਾਹਿਗੁਰੂ ਦੇ ਸਿਮਰਨ ਤੋਂ ਖਾਲੀ ਜੀਵ। ਕਿਉਂਕਿ ਚਾਰ ਵੇਦਾਂ ਦੇ ਵਿੱਚ 80,000 ਸੁਰਤੀਆਂ ਤਾਂ ਕਰਮਕਾਂਡ ਦਾ ਹੀ ਕਥਨ ਹੈ, ਅਤੇ 16,000 ਸੁਰਤੀਆਂ ਵਿੱਚ ਪੂਜਾ ਦਾ ਕਥਨ ਹੈ, 4,000 ਸੁਰਤੀਆਂ ਵਿੱਚ ਖੁਸ਼ਕ ਗਿਆਨ ਦਾ ਕਥਨ ਹੈ। ਨਾਮ ਸਿਮਰਨ ਦੀ ਗੱਲ ਕੇਵਲ ਨਾਮ ਮਾਤਰ ਹੈ। ਤਾਂ ਹਜ਼ੂਰ ਕਹਿੰਦੇ ਜੇ ਵਿਅਕਤੀ ਜਿਹੜੇ ਪੜ੍ਹਦੇ ਹਨ ਬ੍ਰਹਮਾ ਦੀ ਬਾਣੀ ਨੂੰ, ਵੇਦਾਂ ਨੂੰ, ਵਾਦ ਵਿਖਾਣਦੇ ਹਨ। ਤਤ ਨ ਚਿੰਨ੍ਹ, ਜਿਹੜਾ ਤਤ ਮੋਰਲ ਨਿਚੋੜ ਸਿਧਾਂਤ ਰੂਪ ਹੈ ਵਾਹਿਗੁਰੂ ਪਰਮਾਤਮਾ ਦਾ ਨਾਮ, ਉਸ ਨੂੰ ਨਾ ਚਿੰਨ੍ਹ, ਨਹੀਂ ਜਾਣਦੇ, ਮਹਿਮਾ ਨਹੀਂ ਜਾਣਦੇ ਵਾਹਿਗੁਰੂ ਦੇ ਨਾਮ ਦੀ। ਬੰਨ੍ਹੈ ਪੰਡ ਪਰਾਲਾ,
ਪਰਾਲੀ ਦੀਆਂ ਪੰਡਾਂ ਬੰਨ੍ਹੀ ਫਿਰਦੇ, ਫੂਸ ਦੀਆਂ ਪੰਡਾਂ, ਜਿਵੇਂ ਦਾਣੇ ਨਾ ਹੋਣ ਅਤੇ ਕੇਵਲ ਪਰਾਲੀ ਫੂਸ ਜਿਹੜਾ ਹੈ ਪਿਆ ਹੋਇਆ, ਜਿਵੇਂ ਝੋਨੇ ਦੇ ਦਾਣੇ ਕੱਢ ਲਏ ਜਾਣ ਅਤੇ ਪਰਾਲੀ ਪਈ, ਜਾਂ ਕਣਕ ਦਾ ਨਾੜ ਪਿਆ ਜਿਹੜਾ ਕਿਸੇ ਕੰਮ ਨਹੀਂ, ਉਹ ਪਰਾਲੀ ਦੀਆਂ ਪੰਡਾਂ ਬੰਨ੍ਹਦੇ ਫਿਰਦੇ ਨੇ। ਮਨਮੁਖ ਅਗਿਆਨ ਕੁਮਾਰਗ ਪਾਏ, ਜੋ ਮਨ ਦੇ ਪਿੱਛੇ ਲੱਗਣ ਵਾਲੇ ਹਨ, ਅਗਿਆਨ ਦੇ ਸਹਿਤ ਹਨ ਜੀ। ਉਹ ਅਗਿਆਨ ਨੇ ਉਹਨਾਂ ਨੂੰ ਖੋਟੇ ਮਾਰਗ 'ਤੇ ਪਾਇਆ ਹੋਇਆ। ਅਗਿਆਨ ਕਰਕੇ, ਮਨ ਦੇ ਪਿੱਛੇ ਲੱਗਣ ਕਰਕੇ ਅਗਿਆਨੀ ਹਨ। ਅਗਿਆਨੀ ਹੋਣ ਕਰਕੇ ਖੋਟੇ ਮਾਰਗ 'ਤੇ ਉਹਨਾਂ ਨੂੰ ਪਾਇਆ ਹੋਇਆ ਅਗਿਆਨ ਨੇ ਹੀ। ਹਰ ਨਾਮ ਵਿਸਾਰਿਆ ਬਹੁ ਕਰਮ ਦ੍ਰਿੜਾਏ, ਹੋਰ ਬੜੇ ਕਰਮ ਦ੍ਰਿੜ ਕੀਤੇ ਉਹਨਾਂ ਨੇ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ, ਪਰ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਵਿਸਾਰਿਆ ਹੋਇਆ, ਤਿਆਗਿਆ ਹੋਇਆ। ਭਵਜਲ ਡੂਬੇ ਦੂਜਾ ਪਾਏ, ਜਿਹੜਾ ਦੂਜਾ ਭਾਵ ਹੈ ਨਾ, ਵਾਹਿਗੁਰੂ ਨੂੰ ਛੱਡ ਕੇ ਸੰਸਾਰ ਮਾਇਆ ਦਾ ਮੋਹ, ਇਸ ਮਾਇਆ ਦੇ ਮੋਹ ਦੇ ਪ੍ਰਭਾਵ ਕਾਰਨ ਭਵਜਲ ਸੰਸਾਰ ਸਮੁੰਦਰ ਵਿੱਚ ਡੁੱਬ ਗਏ, ਵਿਕਾਰਾਂ ਵਿੱਚ ਹੀ ਗਲਤਾਨ ਰਹੇ, ਜੰਮਣ ਮਰਨ ਵਿੱਚ ਪੈ ਗਏ। ਮਾਇਆ ਕਾ ਮੁਹਤਾਜ ਪੰਡਤ ਕਹਾਵੈ, ਹਜ਼ੂਰ ਕਹਿੰਦੇ ਨੇ ਕਹਾਉਂਦਾ ਤਾਂ ਪੰਡਤ ਵਿਦਵਾਨ ਹੈ, ਪਰ ਮਨ ਕਰਕੇ ਮਾਇਆ ਦਾ ਮੁਥਾਜ ਹੈ, ਮਾਇਆ ਦੇ ਅਧੀਨ ਹੈ। ਵਿਖਿਆ ਰਾਤਾ ਬਹੁਤ ਦੁੱਖ ਪਾਵੇ, ਵਿਖਿਆ ਜ਼ਹਿਰ ਜਾਨੀ ਮਾਇਆ, ਮਾਇਆ ਵਿੱਚ ਮਨ ਰੰਗਿਆ ਹੋਇਆ, ਇਸ ਕਰਕੇ ਬਹੁਤ ਜ਼ਿਆਦਾ ਦੁੱਖ ਪ੍ਰਾਪਤ ਕਰਦਾ ਉਹ ਜੀਵ ਜਿਹੜਾ ਐਸਾ ਹੈ। ਜਮ ਕਾ ਗਲ ਜੇਵੜਾ ਨਿਤ ਕਾਲ ਸੰਤਾਵੈ, ਜਮ ਦਾ ਜੇਵੜਾ ਰੱਸਾ ਉਹਦੇ ਗਲ 'ਚ ਮਨ ਨੂੰ ਪਿਆ ਹੋਇਆ, ਜਮ ਦੀ ਫਾਹੀ, ਜਮ ਦਾ ਫਾਹਾ ਫਾਸਾ ਉਹਦੇ ਗਲ ਪਿਆ ਹੀ ਹੋਇਆ, ਅਤੇ ਨਿੱਤ ਹੀ ਮੌਤ ਦਾ ਸਹਿਮ, ਕਾਲ ਜਿਹੜਾ ਮੌਤ ਦਾ ਸਹਿਮ ਉਹਨੂੰ ਸੰਤਾਵੈ, ਸੰਤਾਪ ਦਿੰਦਾ। ਜਿਹੜਾ ਦੁੱਖ ਹਿਰਦੇ ਨੂੰ ਤਪਾਏ ਉਹਨੂੰ ਕਹਿੰਦੇ ਸੰਤਾਪ। ਸੰਤਾਵੈ ਭਾਵ ਹਿਰਦੇ ਨੂੰ ਦੁਖੀ ਕਰਦਾ ਜਿਹੜਾ ਮੌਤ ਦਾ ਸਹਿਮ ਹੈ। ਗੁਰਮੁਖ ਜਮਕਾਲ ਨੇੜ ਨਾ ਆਵੈ, ਜੋ ਗੁਰਾਂ ਦੇ ਅਨੁਸਾਰੀ ਹੋ ਕੇ ਚੱਲਦਾ, ਗੁਰੂ ਦੇ ਸਨਮੁਖ ਹੋ ਗਿਆ ਹੈ, ਉਸ ਦੇ ਨੇੜੇ ਜਮਕਾਲ ਮੌਤ ਨਹੀਂ ਆਉਂਦੀ ਹੈ। ਮੌਤ ਦਾ ਕੋਈ ਪ੍ਰਭਾਵ ਨਹੀਂ, ਕੋਈ ਡਰ ਨਹੀਂ, ਕੋਈ ਸਹਿਮ ਨਹੀਂ, ਕੋਈ ਤੌਖਲਾ ਨਹੀਂ, ਕਿਉਂਕਿ ਗੁਰਮੁਖ ਸੱਦੇ ਜਾਣ ਆਵਣ ਘੱਲਿਆ, ਗੁਰਮੁਖ ਆਵੈ ਜਾਏ ਨਿਸੰਗ, ਹਉਮੈ ਦੂਜਾ ਸ਼ਬਦ ਜਲਾਵੈ। ਉਹ ਗੁਰੂ ਦੇ ਸ਼ਬਦ ਦੇ ਪ੍ਰਭਾਵ ਨਾਲ, ਗੁਰੂ ਦੇ ਸ਼ਬਦ ਨਾਲ ਜੁੜਨ ਕਰਕੇ ਆਪਣੇ ਅੰਦਰੋਂ ਹਉਮੈ ਨੂੰ, ਅਤੇ ਜਿਹੜਾ ਦੂਜਾ ਭਾਵ ਹੈ ਨਾ ਸੰਸਾਰ ਦਾ, ਦੂਜਾ ਦੂਜਾਏਗੀ ਮੇਰ ਤੇਰਾ ਆਦਿਕ, ਇਸ ਨੂੰ ਹੀ ਉਹ ਜਲਾਵੈ, ਸਾੜ ਲੈਂਦਾ ਹੈ। ਨਾਮੇ ਰਾਤੇ ਹਰ ਗੁਣ ਗਾਵੈ, ਮਨ ਨਾਮ ਵਿੱਚ ਰੰਗਿਆ ਹੋਇਆ ਉਸ ਦਾ, ਅਤੇ ਨਾਮ ਵਿੱਚ ਰਤਿਆਂ ਹੋਇਆਂ ਹਰੀ ਅਕਾਲ ਪੁਰਖ ਦੇ ਉਹ ਗੁਣ ਗਾਉਂਦਾ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਮਾਇਆ ਜੋ ਪਰਮੇਸ਼ਰ ਦੀ ਦਾਸੀ ਹੈ, ਉਹ ਭਗਤਾਂ ਦੀ ਵੀ ਦਾਸੀ ਬਣ ਜਾਂਦੀ ਹੈ। ਪਰਮੇਸ਼ਰ ਦਾਸੀ ਬਣਾ ਦਿੰਦਾ ਉਹਨਾਂ ਭਗਤਾਂ ਦੀ, ਅਤੇ ਭਗਤਾਂ ਦੀ ਕਾਰ ਕੰਮ ਜਿਹੜਾ ਉਹਨਾਂ ਦੀਆਂ ਬੁੱਤੀਆਂ ਉਹ ਕਮਾਉਂਦੀ ਹੈ। ਅਧੀਨ ਹੋ ਕੇ ਭਗਤਾਂ ਵਾਸਤੇ ਕੰਮ ਕਮਾਉਂਦੀ ਹੈ, ਸੇਵਾ ਕਮਾਉਂਦੀ ਹੈ। ਮਤਲਬ ਚਰਣੀ ਲੱਗਿਆ ਤਾਂ ਮਹਿਲ ਪਾਵੈ। ਸੋ ਇਸ ਪ੍ਰਕਾਰ ਜੇ ਕੋਈ ਉਹਨਾਂ ਰੱਬ ਦੇ ਦਾਸਾਂ ਭਗਤਾਂ ਦੀ ਚਰਣੀ ਲੱਗਦਾ ਤਾਂ ਉਹ ਵੀ ਸਰੂਪ ਰੂਪੀ ਮਹਿਲ ਨੂੰ, ਆਤਮ ਸਰੂਪ ਦੇ ਗਿਆਨ ਨੂੰ ਪ੍ਰਾਪਤ ਕਰ ਲੈਂਦਾ। ਸਦ ਹੀ ਨਿਰਮਲ ਸਹਿਜ ਸਮਾਵੈ, ਸਦਾ ਵਾਸਤੇ ਉਹ ਨਿਰਮਲ, ਉਜਲ ਅਤੇ ਪਵਿੱਤਰ ਹੋ ਜਾਂਦਾ, ਅਤੇ ਸਹਿਜ ਮਾਨਸਿਕ ਅਡੋਲਤਾ ਦੁਆਰਾ ਵਾਹਿਗੁਰੂ ਵਿੱਚ ਸਮਾ ਜਾਂਦਾ, ਅਥਵਾ ਮਾਨਸਿਕ ਅਡੋਲਤਾ ਵਾਲੀ ਅਵਸਥਾ 'ਚ ਗਿਆਨ ਵਿੱਚ ਸਮਾਇਆ ਰਹਿੰਦਾ। ਹਰ ਕਥਾ ਸੁਣਹਿ ਸੇ ਧਨਵੰਤ ਦਿਸੈ ਜੁਗ ਮਾਹੀ, ਹਜ਼ੂਰ ਕੇ ਯੁੱਗ ਜ਼ਮਾਨੇ ਅੰਦਰ ਅਥਵਾ ਇਸ ਕਲਯੁਗ ਦੇ ਸਮੇਂ ਅੰਦਰ ਜਿਹੜੇ ਵਾਹਿਗੁਰੂ ਪਰਮਾਤਮਾ ਦੀ ਕਥਾ ਨੂੰ ਧਿਆਨਪੂਰਵਕ ਸ਼ਰਧਾ, ਵਿਸ਼ਵਾਸ, ਪ੍ਰੇਮ ਦੇ ਕੰਨਾਂ ਨਾਲ ਸੁਣਦੇ ਹਨ, ਸੇ ਧਨਵੰਤ ਦਿਸੈ ਜੁਗ ਮਾਹੀ, ਇਸ ਕਲਯੁਗ ਦੇ ਸਮੇਂ ਅੰਦਰ ਭਾਈ ਉਹ ਧਨਾੜ, ਧਨ ਵਾਲੇ, ਕਿਉਂਕਿ ਹਰ ਨਾਮ ਧਨ ਨਿਰਮਲ ਅਤ ਪਾਰਾ, ਗੁਰ ਕੈ ਸ਼ਬਦ ਪੜ੍ਹੇ ਭਰੇ ਭੰਡਾਰਾ, ਇਸ ਧਨ ਦੇ ਮਾਲਕ ਉਹ ਦਿਸਦੇ ਹਨ, ਦਿਖਾਈ ਦਿੰਦੇ ਨੇ। ਤਿਨ ਕੋ ਸਭ ਨਿਵਹਿ ਆਨੰਦਨ ਪੂਜ ਕਰਾਹੀ, ਔਰ ਉਹਨਾਂ ਦੇ ਅੱਗੇ ਸਭ ਕੋਈ ਨਿਉਂਦਾ ਹੈ, ਸਾਰੇ ਲੋਕ ਉਹਨਾਂ ਦੇ ਅੱਗੇ ਝੁਕਦੇ ਨੇ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਹੈ, ਵਾਹਿਗੁਰੂ ਦੀ ਕਥਾ ਹੀ ਸੁਣਦੇ ਰਹਿੰਦੇ ਨੇ। ਔਰ ਆਨੰਦਨ ਪੂਜ ਕਰਾਹੀ, ਰਾਤ ਦਿਨ ਪਰਮਾਤਮਾ ਉਹਨਾਂ ਦੀ ਪੂਜਾ ਕਰਾਉਂਦਾ। ਜਿਵੇਂ ਨਾਨਕ ਸਤਿਗੁਰ
ਪੂਜਿਆ ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਵਾਹਿਗੁਰੂ ਨੂੰ ਪੂਜਿਆ ਹੈ, ਵਾਹਿਗੁਰੂ ਉਹਨਾਂ ਦੀ ਪੂਜਾ 'ਚ ਲਾ ਦਿੰਦਾ ਸ੍ਰਿਸ਼ਟੀ ਨੂੰ। ਸਹਿਜੇ ਗੁਣ ਰਵਹਿ ਸਾਚੇ ਮਨ ਮਾਹੀ, ਸਹਿਜੇ ਸੁਤੇ ਸਿਧ ਸੁਭਾਵਕ ਹੀ। ਸਹਿਜੇ ਮਾਨਸਿਕ ਅਡੋਲਤਾ ਵਾਲੀ ਅਵਸਥਾ 'ਚ ਵਾਹਿਗੁਰੂ ਪਰਮਾਤਮਾ ਜੋ ਸੱਚਾ ਅਕਾਲ ਪੁਰਖ ਹੈ ਉਹਦੇ ਗੁਣ ਰਵੈ ਉਚਾਰਨ ਕਰਦੇ ਨੇ ਮਨ ਹੀ ਮਨ ਅੰਦਰ। ਸਾਚੇ ਮਨ ਮਾਹੀ, ਮਨ ਦੇ ਵਿੱਚ ਉਹ ਸੱਚੇ ਅਕਾਲ ਪੁਰਖ ਨਾਲ ਜੁੜੇ ਹੋਏ ਨੇ ਅਤੇ ਜ਼ਬਾਨ ਨਾਲ ਵੀ ਵਾਹਿਗੁਰੂ ਪਰਮਾਤਮਾ ਦੇ ਗੁਣ ਰਵੈ ਉਚਾਰਨ ਕਰਦੇ ਨੇ। ਪੂਰਾ ਸਤਿਗੁਰ ਸ਼ਬਦ ਸੁਣਾਇਆ। ਪੂਰਨ ਸਤਿਗੁਰੂ ਜੀ ਨੇ ਜਿਨ੍ਹਾਂ ਨੂੰ ਆਪਣਾ ਸ਼ਬਦ ਉਪਦੇਸ਼ ਸੁਣਾ ਦਿੱਤਾ ਹੈ। ਤ੍ਰੈ ਗੁਣ ਮੇਟੇ ਚੌਥਾ ਚਿਤ ਲਾਇਆ। ਉਹਨਾਂ ਨੇ ਗੁਰੂ ਦੇ ਸ਼ਬਦ ਦੁਆਰਾ ਮਾਇਆ ਦੇ ਤਿੰਨਾਂ ਗੁਣਾਂ ਦਾ ਪ੍ਰਭਾਵ ਮੇਟ ਲਿਆ। ਤਿੰਨੇ ਗੁਣ ਮੇਟ ਲਏ। ਤਮੋ ਗੁਣ ਕਾਲਾ ਮੰਨਿਆ ਗਿਆ, ਜਿਹਦੇ ਰਾਹੀਂ ਵਿਕਾਰ ਇਕੱਠੇ ਕੀਤੇ ਜਾਂਦੇ ਨੇ, ਬੁਰੇ ਕਰਮ ਕੀਤੇ ਜਾਂਦੇ ਨੇ। ਤਮੋ ਬਿਰਤੀ, ਹਨੇਰਾ ਤਮੋ ਗੁਣ ਨੂੰ ਕਿਹਾ ਜਾਂਦਾ। ਅਤੇ ਇਸੇ ਤਰ੍ਹਾਂ ਰਜੋ ਗੁਣ, ਰਾਜਨੀਤਿਕ ਸੁਭਾਅ, ਰਾਜਸੀ ਸੁਭਾਅ ਨਾਲ ਭਈ ਜਿਹੜਾ ਠਾਠ ਬਾਠ ਹੈ, ਐਸ਼ਵਰਜ ਧਨ ਦੌਲਤ ਬਹੁਤੀ ਹੋਵੇ, ਇਹ ਭਾਵੇਂ ਦਾਨ ਪੁੰਨ ਵੀ ਕਰੇ ਪਰ ਇੱਛਾ ਇੱਥੋਂ ਤੱਕ ਰਹਿਣੀ। ਸਤੋ ਗੁਣ ਜਿਹੜਾ ਹੈ ਉਹ ਚਿੱਟਾ ਮੰਨਿਆ ਗਿਆ, ਚੰਗੇ ਸ਼ੁਭ ਕਰਮ ਕਰਨੇ, ਦਇਆ ਆਦਿ ਕਰਨੀ, ਪਰ ਪ੍ਰਲੋਕ ਦੇ ਸੁੱਖਾਂ ਦੀ ਇੱਛਾ। ਸੋ ਇਸ ਪ੍ਰਕਾਰ ਤ੍ਰੈ ਗੁਣ ਮੇਟੇ ਚੌਥਾ ਚਿਤ ਲਾਇਆ। ਜਿਹੜਾ ਚੌਥਾ ਪਦ ਹੈ ਨਾ, ਬ੍ਰਹਮ ਗਿਆਨ, ਤਿੰਨਾਂ ਗੁਣਾਂ ਤੋਂ ਉੱਪਰ ਕਰਮ ਕਰਦਿਆਂ ਵੀ ਇੱਕ ਰਹਿ ਹੋਣਾ, ਵਾਹਿਗੁਰੂ ਦੇ ਹੁਕਮ ਵਿੱਚ ਸੁਤੇ ਸਿੱਧੀ ਜੋ ਕੁਝ ਹੁੰਦਾ ਹੋਣ ਦੀ, ਸਹਿਜੇ ਹੋਤਾ ਜਾਏ ਸੋ ਹੋਏ। ਸੋ ਇਸ ਪ੍ਰਕਾਰ ਚੌਥੇ ਪਦ ਵਿੱਚ ਉਹਨਾਂ ਨੇ ਆਪਣਾ ਚਿੱਤ ਲਾਇਆ। ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ। ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਤੀਜਾ ਸਰੂਪ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਫਰਮਾਉਂਦੇ ਨੇ ਕਿ ਉਹਨਾਂ ਗੁਰਮੁਖਾਂ ਨੇ ਹਉਮੈ ਨੂੰ ਮਾਰ ਲਿਆ ਹੈ। ਇਸ ਕਰਕੇ ਬ੍ਰਹਮ ਪਰਮਾਤਮਾ ਵਿੱਚ ਸਤਿਗੁਰਾਂ ਨੇ ਉਹਨੂੰ ਮਿਲਾ ਦਿੱਤਾ। ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ। ਸਤਿਗੁਰੂ ਜੀ ਨੇ ਉਹਨਾਂ ਦੇ ਅੰਦਰੋਂ ਹਉਮੈ ਮਾਰ ਕੇ ਨਾਮ ਨੇ ਹਉਮੈ ਮਾਰ ਦਿੱਤੀ, ਬ੍ਰਹਮ ਮਿਲਾਇਆ। ਬ੍ਰਹਮ ਪਰਮਾਤਮਾ ਵਿੱਚ ਉਹਨੂੰ ਮਿਲਾ ਦਿੱਤਾ, ਅਥਵਾ ਬ੍ਰਹਮ ਨੇ ਆਪਣੇ 'ਚ ਮਿਲਾ ਲਿਆ। ਅਭੇਦਤਾ ਪ੍ਰਾਪਤ ਹੋਈ ਹੈ, ਆਪਣੇ ਆਪ ਨੂੰ ਬ੍ਰਹਮ ਵਿੱਚ ਲੀਨ ਕਰ ਲਿਆ ਉਸ ਗੁਰਮੁਖ ਨੇ ਜਾਂ ਉਹਨਾਂ ਗੁਰਮੁਖਾਂ ਨੇ। ਇਹ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀਆਂ 4 ਅਸ਼ਟਪਦੀਆਂ ਹੋਈਆਂ ਹਨ। ਇਸ ਤੋਂ ਅੱਗੇ ਜੋ ਹਜ਼ੂਰ ਉਪਦੇਸ਼ ਦੇਣਗੇ ਫਿਰ ਆਪਾਂ ਵਿਚਾਰਾਂਗੇ। ਭੁੱਲਾਂ ਚੁੱਕਾਂ ਹੋਈਆਂ ਸਤਿਗੁਰੂ ਜੀ ਅਤੇ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।